ਸਫਾਈ ਸੇਵਕਾਂ ਦਾ ਮੁੱਦਾ ਪੈਂਦਾ ਜਾ ਰਿਹਾ ਹੈ ਪਿੰਡ ਝਿੰਗੜਾਂ ਦੀ ਪੰਚਾਇਤ ਤੇ ਭਾਰੀ। ਪਿੰਡ ਦੇ ਮੈਂਬਰ ਪੰਚਾਇਤ ਹਰਦੀਪ ਸ਼ਰਮਾ ਨਿਰਮਲ ਮੈਮੀ ਨੇ ਕਿਹਾ ਕਿ ਅਸੀਂ 8 ਮੈਂਬਰ ਪੰਚਾਇਤ ਸਰਪੰਚ ਦੇ ਨਾਲ ਸਾਂ ਤੇ ਕਿਹਾ ਸੀ ਕਿ ਕਿਸੇ ਵੀ ਪੱਖਪਾਤ ਤੋਂ ਬਗੈਰ ਪਿੰਡ ਦਾ ਵਿਕਾਸ ਕਰਨਾ, ਲੇਕਿਨ ਸਰਪੰਚ ਨੇ ਆਪਣੀ ਮਰਜ਼ੀ ਕੀਤੀ ਤੇ ਸਾਡੀ ਸ਼ਾਨ ਦੇ ਖਿਲਾਫ ਵੀ ਅਪੱਦਰ ਸ਼ਬਦਾਂ ਦੀ ਵਰਤੋਂ ਕੀਤੀ ਤੇ ਆਪਣੀ ਮਰਜ਼ੀ ਨਾਲ ਪਾਏ ਹੋਏ ਮਤਿਆਂ ਤੇ ਪੰਚਾਂ ਦੇ ਜ਼ਬਰਦਸਤੀ ਦਸਤਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ 20 ਸਾਲ ਤੋਂ ਜਿਹੜੇ ਮਤੇ ਪਾਏ ਹੋਏ ਸਨ, ਪੱਕੇ ਮੁਹੱਲੇ ਦੇ ਕੋਈ ਵੀ ਕੰਮ ਸ਼ੁਰੂ ਉੱਥੇ ਨਹੀਂ ਕਰਵਾਇਆ। ਪਿੰਡ ਦੇ ਅਮਰੀਕ ਸਿੰਘ ਤੇ ਪਰਮਜੀਤ ਨੇ ਕਿਹਾ ਕਿ ਸਾਡੇ 2003 ਤੋਂ ਪੈਸੇ ਸਾਬਕਾ ਸਰਪੰਚ ਨੇ ਦੇਣੇ ਹਨ ਤੇ ਦੇਣ ਤੋਂ ਇਨਕਾਰ ਵੀ ਨਹੀਂ ਕਰਦਾ, ਲੇਕਿਨ ਦੇ ਨਹੀਂ ਰਿਹਾ। ਇੱਕ ਵਿਅਕਤੀ ਨੇ ਕਿਹਾ ਕਿ ਸਰਪੰਚ ਨੇ ਤਾਂ ਮੇਰੀ ਬੇਟੀ ਦੇ ਸ਼ਗਨ ਸਕੀਮਾਂ ਦੇ ਕਾਗਜ਼ਾਂ ਤੇ ਮੋਹਰ ਵੀ ਨਹੀਂ ਲਾਈ। ਉਧਰ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਝਿੰਗੜਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇੱਕ ਅਮਰੀਕ ਸਿੰਘ ਦੇ ਕੁਝ ਪੈਸੇ ਪੰਚਾਇਤ ਨੇ ਦੇਣੇ ਹਨ ਤੇ ਉਹ ਅਗਲੀਆਂ ਪੰਚਾਇਤਾਂ ਦੇ ਦਿੰਦੀਆਂ ਹਨ। ਜੇ ਉਹ ਦੇ ਪੈਸੇ ਰਹਿੰਦੇ ਹਨ ਤਾਂ ਉਹ ਪੰਚਾਇਤ ਦੇ ਦੇਵੇ। ਜੋ ਸਫੈਦੇ ਦੇ ਦਰਖਤ ਹਨੇਰੀ ਆਉਣ ਕਾਰਨ ਟੁੱਟੇ ਸਨ, ਉਹ ਇੱਕ ਪਾਸੇ ਜਗ੍ਹਾ ਤੇ ਇਕੱਠੇ ਕਰਕੇ ਰੱਖੇ ਹੋਏ ਹਨ। ਸਰਪੰਚ ਨੇ ਕਿਹਾ ਜਦੋਂ ਮੈਂ ਸਰਪੰਚ ਬਣਿਆ ਉਸ ਦੇ ਤੁਰੰਤ ਬਾਅਦ ਹੀ ਇੱਕ ਵਿਅਕਤੀ ਕਾਗਜ਼ਾਂ ਤੇ ਮੋਹਰ ਲਵਾਉਣ ਆ ਗਿਆ। ਉਸ ਵੇਲੇ ਨਾ ਤਾਂ ਮੇਰੇ ਕੋਲ ਕੋਈ ਚਾਰੇ ਸੀ ਤੇ ਨਾ ਹੀ ਹਲੇ ਮੋਹਰ ਬਣੀ ਹੋਈ ਸੀ। ਮੈਂ ਉਸ ਨੂੰ ਕਿਹਾ ਜਦੋਂ ਮੋਹਰ ਬਣ ਜਾਵੇਗੀ ਮੈਂ ਤੁਹਾਡੇ ਕਾਗਜ਼ਾਂ ਤੇ ਜ਼ਰੂਰ ਲਾਵਾਂਗਾ। ਮੈਂਬਰ ਪੰਚਾਇਤ ਹਰਦੀਪ ਜੀ ਸ਼ਰਮਾ ਜੀ, ਇਹ 8 ਮੈਂਬਰ ਪੰਚਾਇਤ ਪਿੰਡ ਝਿੰਗੜਾਂ ਦੇ ਇੱਕ ਪਾਸੇ ਨੇ, ਇੱਕ ਮੈਂਬਰ ਪੰਚਾਇਤ ਤੇ ਸਰਪੰਚ ਇੱਕ ਪਾਸੇ ਨੇ। ਜੋ ਵਿਕਾਸ ਦੀ ਗਤੀ ਪਿੰਡ ਦੀ ਰੁਕੀ ਹੋਈ ਹੈ, ਉਹ ਕਿਹਨਾਂ ਕਾਰਨਾਂ ਕਰਕੇ ਰੁਕੀ ਹੋਈ ਹੈ? ਦੋਨੇ ਧਿਰਾਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ। ਆਪਾਂ ਪੁੱਛਦੇ ਹਾਂ ਪੰਡਿਤ ਜੀ ਨੂੰ ਕਿ ਪੰਡਿਤ ਜੀ ਮਸਲਾ ਕੀ ਹੈ? ਸਭ ਤੋਂ ਪਹਿਲਾਂ ਪ੍ਰੋੜ ਸਾਹਿਬ ਮੈਂ ਧੰਨਵਾਦੀ ਹਾਂ NKN TV ਦਾ ਤੇ ਸਮੂਹ ਨਗਰ ਵਾਸੀਆਂ ਦਾ ਤੇ ਤੁਹਾਡਾ ਜਿਨ੍ਹਾਂ ਨੇ ਸਾਡੀ ਆ ਕੇ ਗੱਲ ਸੁਣਨ ਦੀ ਜ਼ਰੂਰਤ ਕੀਤੀ ਆ। ਇਹ ਜਦੋਂ ਸਾਡੀ ਪੰਚਾਇਤ ਬਣੀ ਆ ਜੀ 31 ਦਸੰਬਰ 2018 ਦੇ ਵਿੱਚ, ਤੇ ਉਹਦੀ ਜਿਹੜੀ ਪਹਿਲੀ ਮੀਟਿੰਗ ਬੁਲਾਈ ਗਈ ਆ ਉਹ 27 ਮਾਰਚ 2019 ਦੇ ਵਿੱਚ। ਉਹਦੇ ਵਿੱਚ ਅਸੀਂ ਸਰਪੰਚ ਨੂੰ ਇਹੀ ਗੱਲ ਕਹੀ ਸੀ ਕਿ ਅਸੀਂ ਪਿੰਡ ਦੇ ਵਿਕਾਸ ਕਰਨ ਦੇ ਲਈ ਤੁਰੇ ਹਾਂ ਤੇ ਪਿੰਡ ਦਾ ਵਿਕਾਸ ਕਰਨਾ। ਬਦੌਲਤ ਇਹ ਵੀ ਤੂੰ ਕਿਸੇ ਦਾ ਪੱਖਪਾਤ ਲੈ ਕੇ ਨਹੀਂ ਤੁਰਨਾ ਹੈ, ਤੇਰੇ ਕੋਲ ਬਹੁਮਤ ਹੈ ਨਹੀਂ, ਅਸੀਂ 8 ਪੰਚ ਇੱਕ ਪਾਸੇ ਹਾਂ, ਤੂੰ ਇਕੱਲਾ ਆ, ਤੇ ਜੇ ਤੂੰ ਰਲ ਕੇ ਚੱਲੇਗਾ ਤਾਂ ਅਸੀਂ ਪਿੰਡ ਦੇ ਵਿਕਾਸ ਲਈ ਤੇਰੇ ਨਾਲ ਦਿਨ ਰਾਤ ਖੜ੍ਹ ਕੇ 24 ਘੰਟੇ ਦੇ ਨਾਲ ਜਿਹੜਾ ਸਹਿਯੋਗ ਦੇਵਾਂਗੇ। ਪਰ ਉਹਨੇ ਇਸ ਗੱਲ ਨੂੰ ਇੱਕ ਹਵਾ ਦੇ ਵਿੱਚ ਹੀ ਗੱਲ ਬਣਾ ਕੇ ਛੱਡ ਦਿੱਤਾ। 27/3/2019 ਨੂੰ ਅਸੀਂ ਰੈਸਟ ਹਾਊਸ ਦੇ ਵਿੱਚ ਬੈਠ ਕੇ ਜੋ ਮਤੇ ਪਾਏ ਆ, ਉਹ ਮਤੇ ਪਾਉਣ ਦੇ ਬਾਵਜੂਦ ਉਹ 'ਤੇ ਕੋਈ ਕੰਮ ਨਹੀਂ ਹੋਇਆ ਹੈ। ਹਾਂਜੀ, ਜਦੋਂ ਕੰਮ ਨਹੀਂ ਹੋਇਆ ਤੇ ਫਿਰ ਇਹਨੇ ਉਹ ਸਾਡੇ ਮਤੇ ਪਾਇਆ ਨੂੰ ਅਣਗੌਲਿਆਂ ਕਰਕੇ ਕਾਰਵਾਈ ਰਜਿਸਟਰ ਜਦੋਂ ਕਿ ਉਹ ਸੈਕਟਰੀ ਦੇ ਕੋਲ ਹੁੰਦਾ, ਉਹ ਆਪਣੇ ਕੋਲ ਲੈ ਕੇ ਇਹਨੇ ਆਪਣੀ ਮਰਜ਼ੀ ਦੇ ਮਤੇ ਪਾ ਕੇ ਤੇ ਸਾਡੇ ਪੰਚਾਂ ਦੇ ਘਰਾਂ 'ਤੇ ਜਾ ਕੇ ਗੁੰਡਾਗਰਦੀ ਕੀਤੀ। 15-20 ਮੁੰਡੇ ਨਾਲ ਲੈ ਕੇ ਇਹ ਜਾ ਕੇ। ਇੱਕ ਮੈਂ ਗੱਲ ਤੁਹਾਡੀ ਰੋਕਦਾ, ਤੁਸੀਂ ਕਿਹਾ ਕਿ ਸਰਪੰਚ ਨੇ ਪੰਚਾਂ ਦੇ ਘਰਾਂ ਦੇ ਵਿੱਚ ਜਾ ਕੇ ਗੁੰਡਾਗਰਦੀ ਕੀਤੀ, ਰਜਿਸਟਰ ਲੈ ਕੇ ਗਿਆ, ਦਸਤਖਤ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਹੜੇ ਪੰਚ ਸਨ? ਉਹ ਪੰਜ ਸਾਡੇ ਸਭ ਤੋਂ ਪਹਿਲਾਂ ਤਾਂ ਸਾਡੀ ਭੈਣ ਬੀਬੀ ਰੇਸ਼ਮ ਕੌਰ, ਉਹ ਸਾਡੇ ਕੋਲ ਮੌਜੂਦ ਆ। ਪਹਿਲਾਂ ਇਹਨਾਂ ਦੇ ਘਰ ਜਾ ਕੇ, ਉਸ ਟਾਈਮ ਇਹ ਬਿਮਾਰ ਪਏ ਸੀ ਘਰ ਵਿੱਚ ਆਪਣੇ, ਇਹਨਾਂ ਦੇ ਘਰ 30-35 ਬੰਦੇ ਲੈ ਕੇ ਜਾ ਕੇ ਧਾਵਾ ਬੋਲਿਆ, ਇਹਨਾਂ ਨੂੰ ਜ਼ਬਰਦਸਤੀ ਇਹਨਾਂ ਕੋਲ ਸਾਈਨ ਕਰਾਏ। ਉਸ ਤੋਂ ਬਾਅਦ ਫਿਰ ਇਹ ਪੱਕੇ ਮਹੱਲੇ ਇਹ ਸਾਡੀ ਛੋਟੀ ਭੈਣ ਬੀਬੀ ਗੁਰਪਾਲ ਕੌਰ, ਇਹਨਾਂ ਦੇ ਘਰ 'ਤੇ ਜਾ ਕੇ ਇਹਨਾਂ ਦੇ ਦਰਵਾਜ਼ੇ ਪੰਨੇ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇਹਨਾਂ ਦੇ ਹਸਬੈਂਡ ਮੱਖਣ ਸਿੰਘ ਜੀ ਹੁਣੀ ਰਸਤੇ ਵਿੱਚ ਇਹਨਾਂ ਨੂੰ ਮਿਲ ਗਏ। ਰਸਤੇ ਵਿੱਚ ਮਿਲੇ ਤਾਂ ਇਹਨਾਂ ਘੇਰ ਕੇ ਮੱਖਣ ਸਿੰਘ ਨੂੰ ਬੜੇ ਬੁਰੇ ਤਰੀਕੇ ਨਾਲ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ
ਤੇ ਇਹ ਮੱਖਣ ਸਿੰਘ ਜੀ ਨੇ ਕਿਹਾ ਵੀ ਜਦੋਂ ਸਾਡੇ ਸਾਰੇ ਮੈਂਬਰ ਇਕੱਠੇ ਹੋਣਗੇ ਫਿਰ ਅਸੀਂ ਇਹ ਗੱਲ ਸੁਣਾਂਗੇ ਤੇ ਅਸੀਂ ਰਸਤੇ ਵਿੱਚ ਬੈਠ ਕੇ ਕੋਈ ਸਾਈਨ ਨਹੀਂ ਕਰਨੇ ਹੈ। ਉਹਨਾਂ ਦੇ ਸਾਹਮਣੇ ਇਹਨਾਂ ਮੇਰੀ ਸ਼ਾਨ ਦੇ ਖਿਲਾਫ ਵੀ ਕਾਫੀ ਉਪਦਰਵ ਸ਼ਰਤ ਜਿਹੜੀ ਸ਼ਬਦ ਉਹ ਵਰਤੋਂ ਕੀਤੀ ਗਈ ਤੇ ਜਿਨ੍ਹਾਂ ਦਾ ਅਸੀਂ ਫਿਰ ਵੀਡੀਓ ਸਾਹਿਬ ਔੜ ਵਾਲਿਆਂ ਨੂੰ ਨੋਟਿਸ ਭੇਜਿਆ, ਲੈਟਰ ਭੇਜਿਆ। ਲੈਟਰ ਭੇਜ ਕੇ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੀਆਂ ਆਹ ਸਮੱਸਿਆਵਾਂ ਹੈਗੀਆਂ ਵੀ ਜਿਹੜੇ ਸਾਡੇ ਪਾਏ ਹੋਏ ਮਤੇ ਆ ਉਹਨਾਂ 'ਤੇ ਕੋਈ ਗੌਰ ਨਹੀਂ ਹੋ ਰਿਹਾ। ਇਹ ਜਿਹੜੀ ਗੁੰਡਾਗਰਦੀ ਨਾਲ ਬਿਹਾਰ ਬਣਾ ਕੇ ਝੰਗੜਾ ਨੂੰ ਉਹ 'ਤੇ ਆਪਣੇ ਮਤੇ ਪਾਸ ਕਰਾਉਣੇ ਚਾਹੁੰਦਾ ਹੈ। ਨਿਰਮਲ ਜੀ, ਹਾਂਜੀ ਤੁਸੀਂ ਵੀ 8 ਮੈਂਬਰ ਪੰਚਾਇਤ ਦੇ ਵਿੱਚ ਹੋ, ਜੀ। ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਜਿਹੜੇ ਮਤਲਬ ਤੁਹਾਨੂੰ ਸਰਪੰਚ ਦਾ ਸਾਥ ਛੱਡਣਾ ਪਿਆ? ਸਰਪੰਚ ਦਾ ਸਾਥ ਇਸ ਕਰਕੇ ਛੱਡਿਆ ਜੀ ਅਸੀਂ, ਤੇ ਆਪਣੀ ਮਰਜ਼ੀ ਨਾਲ ਹੀ ਉਹ ਮਤੇ ਪਾ ਕੇ ਸਾਡੇ ਪੈਂਚਾਂ ਦੇ ਬਰਖਲਾਫ ਬੋਲਿਆ। ਘਰ ਜਾ ਕੇ ਮੈਡਮ ਤੋਂ ਰੇਸ਼ਮ ਕੌਰ ਤੋਂ ਵੀ ਉਹਨੂੰ ਧੱਕੇ ਨਾਲ ਸਾਈਨ ਕਰਾਇਆ। ਫਿਰ ਨਿਰਮਲ ਆ ਢੰਡਾ ਜੀ, ਉਹਨੂੰ ਵੀ ਕਹਿੰਦਾ ਤੂੰ ਅਨਪੜ੍ਹ ਬੰਦਾ, ਮੋੜ ਤੇ ਉਹਨੂੰ ਟੱਕਰਿਆ। ਉਹਦੇ ਵੀ ਸਾਈਕਲ ਫੜ ਲਿਆ ਉਹਦਾ ਮੋਹਰਿਓਂ ਤੇ ਉਹਨੂੰ ਵੀ ਮੰਦਾ ਚੰਗਾ ਬੋਲਿਆ ਗਿਆ। ਫਿਰ ਮੱਖਣ ਨੂੰ ਵੀ ਉਹਨੂੰ ਵੀ ਮੰਦਾ ਚੰਗਾ ਬੋਲਿਆ ਗਿਆ। ਉਹ ਕਹਿੰਦਾ ਪੰਡਿਤ ਜੀ ਨੇ ਸਾਈਨ ਕਰ ਦਿੱਤੇ। ਉਹ ਕਹਿੰਦਾ ਪੰਡਿਤ ਜੀ ਤਾਂ ਪਾਗਲ ਆ, ਤੁਸੀਂ ਉਹਦੇ ਮਗਰ ਲੱਗੇ ਫਿਰਦੇ ਆ ਬਈ। ਉਹ ਕਹਿੰਦਾ ਜੀ ਪੰਡਿਤ ਜੀ ਨਹੀਂ ਸਾਈਨ ਕਰਦਾ ਤੇ ਮੈਂ ਸਾਈਨ ਨਹੀਂ ਕਰਨੀ। ਅਸੀਂ ਇਸ ਕਰਕੇ ਉਹਦਾ ਸਾਥ ਛੱਡਿਆ। ਫਿਰ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਹੀ ਅਸੀਂ ਪਹਿਲਾਂ ਮਤਾ ਇਹ ਪਾਇਆ ਸੀ ਪੱਕੇ ਮਹੱਲੇ ਤੋਂ ਕੰਮ ਸ਼ੁਰੂ ਕਰਨਾ। 20 ਸਾਲ ਤੋਂ ਸਾਬਕਾ ਸਰਪੰਚ ਰਣਜੀਤ ਸਿੰਘ ਝਿੰਗੜ ਨੇ ਵੀ ਕੋਈ ਪੱਕੇ ਮਹੱਲੇ ਵੱਲ ਧਿਆਨ ਨਹੀਂ ਦਿੱਤਾ ਤੇ ਨਹੀਂ ਜੋਗਾ ਪਰਿਵਾਰ ਦੀ ਗਲੀ, ਉਹਨਾਂ ਦੇ ਵੀ ਘਰ ਡੁੱਬੇ ਪਏ ਪਾਣੀ ਵਿੱਚ, ਉੱਧਰ ਵੀ ਕੋਈ ਧਿਆਨ ਨਹੀਂ ਦਿੱਤਾ। ਪੱਕੇ ਮਹੱਲੇ ਤੋਂ ਭਾਵ ਤੁਹਾਡਾ? ਪੱਕੇ ਮਹੱਲੇ ਤੋਂ ਭਾਵੇਂ ਨਾਲਾ ਟੁੱਟਿਆ ਪਿਆ ਸੀ, ਪਿਛਲੇ 5 ਸਾਲ ਇਦਾਂ ਹੀ ਪਿਆ ਰਿਹਾ। ਇੱਟਾਂ ਪੱਟ ਕੇ ਵੀ ਉਹਦੀਆਂ ਦੂਜੀ ਸਾਈਡ ਤੇ ਲਾਤੀਆਂ ਪਰ ਉਹ ਨਾਲਾ ਨਹੀਂ ਬਣਿਆ। ਮੇਰਾ ਪੁੱਛਣ ਦਾ ਮਤਲਬ ਪੱਕਾ ਮਹੱਲਾ ਜਨਰਲ ਵਰਗ, ਐਸਸੀ ਵਰਗ, ਵੀਸੀ ਵਰਗ, ਐਸਸੀ ਵਰਗ ਦਾ ਮਹੱਲਾ ਆ ਉਹ ਟੋਟਲੀ ਉਧਰ ਕਾਂਗਰਸੀ ਬੰਦੇ ਰਹਿੰਦੇ ਆ। ਬਸ ਉਹ ਕਹਿੰਦਾ ਵੀ ਪਾਰਟੀਬਾਜ਼ੀ ਰੱਖਣੀ ਆ, ਕਾਂਗਰਸਾਂ ਦੇ ਕੰਮੇ ਨਹੀਂ ਅਸੀਂ ਕਾਂਗਰਸੀਆਂ ਦੇ ਕਰਨਾ। ਕੋਈ ਨਹੀਂ ਕੰਮ ਕੀਤਾ। 5 ਸਾਲ ਇੱਟਾਂ ਪਈਆਂ ਰਹੀਆਂ, ਉਹ ਚੱਕ ਕੇ ਫਿਰ ਦੁਬਾਰਾ ਲੈ ਗਏ ਤੇ ਨਹੀਂ ਨਾਲਾ ਬਣਿਆ। ਅਸੀਂ ਪਹਿਲਾਂ ਇਹੀ ਸਲਾਹ ਬਣਾਈ ਵੀ ਪਹਿਲਾਂ ਪੱਕੇ ਮਹੱਲੇ ਤੋਂ ਕੰਮ ਸ਼ੁਰੂ ਕਰਨਾ। 20 ਸਾਲ ਹੋ ਗਏ ਕੋਈ ਪੱਕੇ ਮਹੱਲੇ ਵੱਲ ਇੱਟ ਨਹੀਂ ਲੱਗੀ। ਬਈ ਸਾਡਾ ਮੁੱਦਾ ਇਹ ਸੀ ਵੀ ਪਹਿਲਾਂ ਪੱਕੇ ਮਹੱਲਾ ਪਿੱਛੇ ਆ, ਉਹ ਵੀ ਸਾਰੇ ਪਿੰਡ ਵਾਂਗੂ ਚਮਕੇ, ਉੱਧਰ ਵੀ ਨਾਲਾ ਬਣਾਇਆ ਜਾਵੇ। ਉਹ ਮਤਾ ਪਾਇਆ ਗਿਆ ਪਰ ਉਹ ਵੀ ਸਰਪੰਚ ਨੇ 5 ਮਹੀਨੇ ਮਤਾ ਪਾਉਣ ਦੇ ਬਾਵਜੂਦ ਕੋਈ ਕੰਮ ਸ਼ੁਰੂ ਨਹੀਂ ਕੀਤਾ। ਉਹ ਤੋਂ ਬਾਅਦ ਫਿਰ ਅਸੀਂ ਸਾਰਿਆਂ ਬੰਦਿਆਂ ਨੇ ਇਕੱਠੇ ਹੋ ਕੇ ਫਿਰ ਡੀਐਸਪੀ ਦੇ ਦਰਖਾਸਤ ਵੀ ਦਿੱਤੀ ਆ ਵੀ ਜਿੱਦਾਂ ਇਹ ਸਾਡੇ ਮਗਰ ਇੱਦਾਂ ਦਾ ਬੰਦੇ ਲੈ ਕੇ ਘੁੰਮਦਾ ਰਿਹਾ। ਫਿਰ ਐਸਐਸਪੀ ਨੇ ਵੀ ਉੱਥੇ ਇਹਦੀ ਸੈਟੀਸਫਾਈ ਸਾਡੀ ਕਰਾਈ ਆ ਵੀ ਚਲੋ ਤੁਸੀਂ ਪਿੰਡ ਦਾ ਕੰਮ ਚਲਾਓ। ਅਸੀਂ ਫਿਰ ਵੀ ਮੰਨ ਗਏ ਵੀ ਚਲੋ ਕੋਈ ਗੱਲ ਨਹੀਂ। ਫਿਰ ਵੀ ਇਹ ਨਾ ਕਿ ਸਾਨੂੰ ਨਾ ਕੋਈ ਰਾਹ ਗਲੀ ਹੈਲੋ ਹਾਏ, ਨਾ ਕਿਸੇ ਨੂੰ ਬੁਲਾਉਂਦਾ ਨਹੀਂ, ਕੋਈ ਚਲਾਉਂਦਾ ਨਹੀਂ, ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ। ਬਸ ਆਪਣੀ ਆਕੜ ਵਿੱਚ ਹੀ ਆ, ਹਉਮੈ 'ਚ ਹੀ ਆ ਬਸ ਬਈ ਮੈਂ ਜੋ ਕਰਾਂ ਮੈਂ ਹੀ ਕਰਾਂ। ਬਾਕੀ ਸਮਾਨ ਦੀ ਜਿਹੜੀ ਖਰੀਦੋ ਖਰਾਦੀ ਕਰਨੀ ਸੀ ਉਹ ਵੀ ਆਪੇ ਹੀ ਟੈਂਕਰ ਫਿੱਟ ਕਰਾਉਣ ਗਏ। ਉੱਥੇ ਮਸ਼ੀਨ ਚੱਕ ਲਿਆ ਧੂੰਏ ਵਾਲੀ, ਮੱਛਰ ਮਾਰਨ ਵਾਲੀ। ਉਹ ਮਸ਼ੀਨ 30-35 ਹਜ਼ਾਰ ਰੁਪਏ ਦੇ ਆਈ ਆ, ਉਹ ਮਤੇ ਤੋਂ ਬਿਨਾਂ ਹੀ ਆਪੇ ਲਿਆਇਆ। ਉਹਦਾ ਮਤਾ ਹਜੇ ਤੱਕ ਕੋਈ ਨਹੀਂ ਪਿਆ। ਇਸ ਕਰਕੇ ਆਪਣੀ ਮਰਜ਼ੀ ਨਾਲ ਇਹ ਸਮਾਨ ਵੀ ਖਰੀਦਣ ਲੱਗ ਪਿਆ ਤੇ ਜਿਹੜੇ ਪੈਸਿਆਂ ਦੀ ਦੁਰਵਰਤੋਂ ਹੁੰਦੀ ਸੀ ਅਸੀਂ ਇਸ ਕਰਕੇ ਰੋਕ ਲਾਤੀ ਬਈ ਨਹੀਂ ਕੁਝ ਵੀ ਕਰਨਾ। ਫਿਰ ਵੀਡੀਓ ਸਾਹਿਬ ਕੋ ਅਸੀਂ ਇਕੱਠੇ ਹੋ ਕੇ ਗਏ ਤੇ ਉਹਨੇ ਫਿਰ 1 ਮਹੀਨੇ ਵਾਸਤੇ ਪ੍ਰਬੰਧ ਕਰਾ ਦਿੱਤਾ। ਹੁਣ ਪ੍ਰਬੰਧਕ ਲੱਗਣ ਦੇ ਬਾਵਜੂਦ ਇਹ ਬੰਦੇ ਨੇ ਸਾਡੇ ਤੇ 5-6 ਬੰਦਿਆਂ ਤੇ, ਸਾਡੇ ਤੇ, ਵੀਡੀਓ ਸਾਹਿਬ ਤੇ, ਡੀਡੀਪੀ ਸਾਹਿਬ ਤੇ ਇਹਨ ਕੇਸ ਕੀਤਾ ਆ। ਉਹ ਕੇਸ ਚੱਲ ਰਿਹਾ। ਜਿੰਨਾ ਚਿਰ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਉਨਾ ਚਿਰ ਨਾ ਤਾਂ ਰਜਿਸਟਰ ਸਾਡੇ ਕੋਲ ਆ, ਨਹੀਂ ਸਾਡੇ ਕੋਲ ਚੈੱਕ ਬੁੱਕ ਆ। ਤੇ ਜਿਹੜੀ ਤਨਖਾਹ ਦੀ ਗੱਲ ਕਰਦਾ ਪਿਆ ਬਈ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਸਫਾਈ ਸੇਵਕਾਂ ਨੂੰ ਅਸੀਂ ਆਪ ਮਿਲ ਕੇ, ਮੈਂ ਤੇ ਪਰਮਜੀਤ ਮਿਸਤਰੀ ਦੋਏ ਪੰਚ ਮਿਲੇ ਆ ਉਹਨੂੰ ਅਸੀਂ ਕਿਹਾ ਵੀ ਅਸੀਂ ਤੁਹਾਨੂੰ ਰੱਖੜੀ ਦਾ ਮੂਹਰੇ ਤਿਉਹਾਰ ਆ, ਆਪਣੇ ਕੋਲੋਂ 10-10 ਹਜ਼ਾਰ ਰੁਪਇਆ ਦੋਨਾਂ ਪਾਰਟੀਆਂ ਨੂੰ ਦਿੰਦੇ ਆ ਵੀ ਤੁਸੀਂ ਆਪਣਾ ਰੋਟੀ ਪਾਣੀ ਘਰ ਦਾ ਚਲਾਓ, ਜਿਸ ਵੇਲੇ ਤੁਹਾਨੂੰ ਆ ਜਾਊਗੇ ਤੁਸੀਂ ਸਾਨੂੰ ਵਾਪਸ ਕਰ ਦਿਓ। ਪਰ ਉਹ ਨਹੀਂ, ਸਾਡੀ ਇੱਕ ਨਹੀਂ ਸੁਣੀ। ਪਹਿਲਾਂ ਮੰਨ ਗਿਆ ਸਾਡੇ ਕੋਲ, ਕਹਿੰਦੇ ਠੀਕ ਹੈ ਇਦਾਂ ਹੀ ਕਰ ਲਵਾਂਗੇ ਜੀ। ਬਾਅਦ ਵਿੱਚ ਸਰਪੰਚ ਸਾਹਿਬ ਨੇ ਜਾ ਕੇ ਉਹਨੂੰ ਚੱਕ ਦਿੱਤਾ, ਕਹਿੰਦਾ ਤੁਹਾਨੂੰ ਲੋੜ ਨਹੀਂ ਪੈਸੇ ਲੈਣ ਦੀ 10,000 ਰੁਪਈਆ, ਤੁਸੀਂ ਉਹਨੂੰ ਕਹੋ ਸਾਰੇ ਪੈਸੇ ਲੈਣੇ ਆ। ਉਹਨਾਂ ਕੋਲੋਂ ਪਰਸੋਂ ਫਿਰ ਵੀਡੀਓ ਬਣਾਤੀ ਬਈ ਭੈਣ ਰੱਖੜੀ ਤੋਂ ਵਾਂਝੀ ਰਹਿ ਗਈ ਆ। ਭੈਣ ਨੇ ਸਾਰੇ ਪਿੰਡ 'ਚ ਰੱਖੜੀਆਂ ਬੰਨ੍ਹ ਦਿੱਤੀਆਂ। ਆ ਲੰਬੜਦਾਰ ਦੇ ਘਰ ਵੀ ਰੱਖੜੀ ਬੰਨ੍ਹਣ ਆਈ, ਇਹਨੇ ਵੀ 20 ਰੁਪਏ ਦਿੱਤੇ ਆ। ਸਾਰੇ ਪਿੰਡ ਤੋਂ 10 ਕੋਈ 20 ਰੁਪਏ ਹਰ ਬੰਦਾ ਦਿੰਦਾ। ਬਾਕੀ ਸਾਰਿਆਂ ਦੇ ਘਰਾਂ 'ਚ ਗਏ ਆ, ਉਹ ਸਾਰਿਆਂ ਨੇ ਉਹਨੂੰ 10-20 ਰੁਪਏ ਵੀ ਗਰੀਬ ਬੰਦੇ ਆ ਉਹਨਾਂ ਨੂੰ ਰੱਖੜੀ ਨੂੰ ਪੈਸੇ ਦਿੱਤੇ ਆ। ਇਹ ਬਿਲਕੁਲ ਬੇਮਨਿਆਦਾ ਝੂਠਾ ਇਲਜ਼ਾਮ ਆ। ਕੋਈ ਇਦਾਂ ਦਾ ਸਾਡਾ ਪਿੰਡ ਇਦਾਂ ਦਾ ਨਹੀਂ ਹੈਗਾ ਬਈ ਕੋਈ ਗਰੀਬ ਬੰਦਾ ਇੱਥੇ ਮਿਹਨਤ ਕਰਦਾ ਉਹ ਭੁੱਖਾ ਮਰੂਗਾ। ਅਸੀਂ ਲੋਕਡਾਊਨ ਦੇ ਦੌਰਾਨ ਵੀ ਉਹਨਾਂ ਨੂੰ ਡਬਲ ਕਿੱਟਾਂ ਦਿੰਦੇ ਰਹੇ ਆ। ਮੈਂ ਆਪਣੇ ਘਰੋਂ ਖੁਦ 30-30 ਕਿਲੋ ਦੋਨਾਂ ਬੰਦਿਆਂ ਨੂੰ ਆਪਣੇ ਡਰਮ 'ਚੋਂ ਦਾਣੇ ਕੱਢ ਕੇ ਦੋਨਾਂ ਭਰਾਵਾਂ ਨੂੰ ਦਿੱਤੇ ਆ। ਫਿਰ ਸਬਜ਼ੀ ਜਦ ਵੀ ਲੈਣ ਆਉਂਦੇ ਸੀ ਮੇਰੇ ਘਰ ਮੂਹਰੇ ਗੱਡੀ ਖੜ੍ਹਦੀ ਸੀ, ਉਹ ਵੀ ਉੱਥੇ ਰਹਿੰਦੇ ਆ। ਮੈਂ ਆਪਣੇ ਕੋਲੋਂ ਵੀ ਉਹਨਾਂ ਨੂੰ ਪੈਸੇ ਦੇ ਕੇ ਸਬਜ਼ੀ ਲੈ ਕੇ ਦਿੰਦਾ ਰਿਹਾ ਤੇ ਬਾਕੀ ਉਹਨਾਂ ਨੂੰ ਫ੍ਰੀ ਸਬਜ਼ੀ ਵੀ ਅਸੀਂ ਦਿੰਦੇ ਰਹੇ ਹਾਂ। ਫਿਰ 1 ਮਹੀਨਾ ਦੁੱਧ
ਉਹਨਾਂ ਦੇ ਬੱਚੇ ਛੋਟੇ ਛੋਟੇ ਸੀ, ਅੱਧਾ ਕਿਲੋ ਉਸ ਵੇਲੇ, ਅੱਧਾ ਕਿਲੋ ਉਸ ਵੇਲੇ, 2 ਵੇਲੇ ਮੇਰੀ ਮੱਝ ਤਾਜ਼ੀ ਸੂਜੂ ਸੀ, ਅੱਧਾ ਕਿਲੋ ਦੁੱਧ ਵੀ ਕਿਲੋ ਉਹਨਾਂ ਨੂੰ ਡੇਲੀ ਦਿੰਦੇ ਰਹੇ ਆ। ਜਿਹੜਾ ਸਾਡੇ ਪੰਚਾਇਤ ਘਰ ਦੇ ਵਿੱਚ ਰਹਿੰਦਾ ਬੰਦਾ, ਉਹਨੂੰ ਜਦੋਂ ਮਰਜੀ ਉਹਦੀ ਮੈਡਮ ਨੂੰ ਬੁਲਾ ਕੇ ਪੁੱਛ ਲਓ ਜਾਂ ਬੱਚਿਆਂ ਨੂੰ ਬੁਲਾ ਕੇ ਪੁੱਛ ਲਿਓ ਬਈ ਨਹੀਂ ਦੁੱਧ ਲਗਾਏ। ਇੰਨਾ ਕਰਨ ਦੇ ਬਾਵਜੂਦ ਵੀ ਫਿਰ ਵੀ ਉਹ ਸਾਡੇ ਪਿੰਡ ਨੂੰ ਨਿੰਦਦੇ ਆ। ਇਹ ਬਹੁਤ ਮਾੜੀ ਗੱਲ ਆ, ਬਹੁਤ ਮੰਦਭਾਗੀ ਆ। ਅਸੀਂ ਤਾਂ ਲੋਕਡਾਊਨ ਦੇ ਦੌਰਾਨ ਵੀ 12-13 ਪਿੰਡਾਂ ਵਿੱਚ ਵੀ ਹੋਰ ਰਾਸ਼ਨ ਵੰਡਿਆ। NRIਆਂ ਦੀ ਇੰਨੀ ਮਿਹਰ ਹੋਈ ਆ, ਉਹਨੇ ਸਾਨੂੰ ਡੋਲਣ ਨਹੀਂ ਦਿੱਤਾ। ਉਹਨਾਂ ਦੇ ਸਹਾਰੇ ਨਾਲ 13 ਪਿੰਡਾਂ ਵਿੱਚ ਬਾਹਰ ਵੀ ਰਾਸ਼ਨ ਵੰਡਿਆ, ਪਿੰਡ ਵਿੱਚ ਵੀ 4 ਵਾਰੀ ਰਾਸ਼ਨ ਵੰਡਿਆ। ਹਰ ਘਰ ਤੋਂ ਡੋਰ ਜਾ ਕੇ ਕੋਈ ਗਰੀਬ ਕੋਈ ਅਮੀਰ ਨਹੀਂ ਛੱਡਿਆ, ਹਰ ਇੱਕ ਦੇ ਘਰ ਜਾ ਕੇ ਕੁੰਡਾ ਠਕਾ ਕੇ ਰਾਸ਼ਨ ਦਿੱਤਾ। ਅਸੀਂ ਕਿਸੇ ਨੂੰ ਜਲੀਲ ਨਹੀਂ ਕੀਤਾ ਵੀ ਗੁਰਦੁਆਰੇ ਆ ਜਾਓ ਉੱਥੇ ਰਾਸ਼ਨ ਦੇਵਾਂਗੇ, ਲਾਈਨ ਵਿੱਚ ਲੱਗ ਕੇ ਰਾਸ਼ਨ ਦੇਵਾਂਗੇ। ਇਦਾਂ ਦਾ ਸਾਡੇ ਕੋਲ ਕੋਈ ਨਹੀਂ ਸੀ। ਅਸੀਂ ਗੁੱਪ ਦਿੱਤਾ ਰਾਸ਼ਨ, ਅਗਲੇ ਦੇ ਘਰ ਜਾ ਕੇ ਦਿੱਤਾ। ਕੋਈ ਇਹਨੂੰ ਭੇਤ ਨਹੀਂ ਲੱਗਾ ਵੀ ਕਿਸੇ ਨੇ ਰਾਸ਼ਨ ਲਿਆ ਜਾਂ ਨਹੀਂ ਲਿਆ। ਅਸੀਂ ਇਨੀ ਰਾਸ਼ਨ ਹੀ ਨਹੀਂ ਵੰਡਿਆ, ਇਹਨਾਂ ਵਾਂਗੂ ਜਲੀਲ ਨਹੀਂ ਕਿਸੇ ਨੂੰ ਕੀਤਾ ਵੀ ਗੁਰਦੁਆਰੇ ਆ ਜਾਓ ਉੱਥੇ ਤੁਹਾਨੂੰ ਰਾਸ਼ਨ ਦੇਵਾਂਗੇ। ਅਸੀਂ ਸਾਰਿਆਂ ਨੂੰ ਇੱਕਸਾਰ ਰੱਖਿਆ, ਕੋਈ ਅਮੀਰ ਕੋਈ ਗਰੀਬ ਇੱਕਸਾਰ ਰੱਖਿਆ, ਸਾਰੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ। ਨਿਰਮਲ ਜੀ, ਜੇ ਕੋਈ ਗੁਰੂ ਘਰੋਂ ਜਾ ਕੇ ਰੋਟੀ ਵੀ ਖਾਂਦਾ ਜੀ, ਠੀਕ ਹੈ ਨਾ, ਆਪਾਂ ਹਰ ਪਰਿਵਾਰ ਮੈਨੂੰ ਲੱਗਦਾ ਕੋਈ ਨਾ ਕੋਈ ਗੁਰੂ ਘਰ ਜਾ ਕੇ ਜੇ ਕੋਈ ਰਾਸ਼ਨ ਲੈ ਕੇ ਆਂਦਾ, ਕਿ ਤੁਹਾਡਾ ਮਤਲਬ ਉਹ ਜਲੀਲ ਹੋ ਜਾਊਗਾ? ਨਹੀਂ, ਇਦਾਂ ਨਹੀਂ ਜਲੀਲ ਹੁੰਦਾ ਨਾ। ਉਹਨੇ ਪਹਿਲਾਂ ਲੌਸਮੈਂਟ ਕੀਤੀ ਵੀ ਜਿਹਨੂੰ ਰਾਸ਼ਨ ਚਾਹੀਦਾ ਉਹ ਗੁਰਦੁਆਰਾ ਲੈ ਕੇ ਆਵੇ, ਗੁਰਦੁਆਰੇ ਆ ਕੇ ਰਾਸ਼ਨ ਲੈ ਜਾਵੇ। ਗੁਰਦੁਆਰੇ ਵੀ ਬੈਠ ਕੇ ਲਿਸਟ ਵੀ ਗੁਰਦੁਆਰੇ ਬਣਦੀ ਗਈ ਆ। ਜੇ ਕੋਈ ਰਾਸ਼ਨ ਦਿੰਦਾ ਗੁਰਦੁਆਰੇ, ਕੋਈ ਲੰਗਰ ਪਾਣੀ ਛਕਦਾ, ਉਹਦਾ ਨਾਂ ਨਹੀਂ ਲਿਖਿਆ ਜਾਂਦਾ ਜਾਂ ਕੋਈ ਨੂੰ ਲਾਈਨ 'ਚ ਨਹੀਂ ਲੱਗਣਾ ਪੈਂਦਾ। ਸਿੱਧਾ ਜਾ ਕੇ ਆਪਣਾ ਰੋਟੀ ਪਾਣੀ ਖਾਊਗਾ, ਮੱਥਾ ਟੇਕੂਗਾ, ਉਹ ਆ ਜਾਂਦੇ। ਅੱਗੇ ਵੀ ਲੰਗਰ ਮਾਰਦੇ ਬਹੁਤ ਚੱਲਦੇ ਆ। ਬਾਕੀ ਜਿਹੜੀ ਗੱਲ ਸਫਾਈ ਸੇਵਕ ਕਹਿੰਦੇ ਵੀ ਅਸੀਂ ਗੁਰਦੁਆਰੇ ਨੂੰ ਰੋਟੀ ਲਿਆਉਂਦੇ ਆ, ਉਹ ਬਿਲਕੁਲ ਝੂਠ ਆ। ਰੋਟੀ ਗੁਰਦੁਆਰਿਓਂ ਪਹਿਲਾਂ ਤੋਂ ਉਹਨਾਂ ਦੀ ਚੱਲਦੀ ਆ। ਜਦ ਇਹ ਸਫਾਈ ਕਰਦੇ ਆ, ਰੋਟੀ ਪਹਿਲਾਂ ਤੋਂ ਰੋਟੀ ਡੋਲੂ ਇਹਨਾਂ ਦੇ, ਚਾਹ 3 ਵੇਲੇ ਚਾਹ ਲਿਆਉਂਦੇ ਉੱਥੋਂ, 2 ਵੇਲੇ ਰੋਟੀ ਉੱਥੋਂ ਹੀ ਲਾਉਂਦੇ ਆ। ਹੋਰ ਕਿਤੇ ਰੋਟੀ ਆਉਂਦੀ ਇਹ ਘਰ ਬਣਾਉਂਦੇ ਹੀ ਨਹੀਂ ਹੈਗੇ, ਉੱਥੋਂ ਹੀ ਰੋਟੀ ਗੁਰਦੁਆਰੇ ਪਹਿਲਾਂ ਤੋਂ ਹੀ ਗੁਰਦੁਆਰੇ ਚੱਲਦੀ ਆ। 20 ਸਾਲ ਦੇ ਰਹਿੰਦੇ ਆ, 20 ਸਾਲ ਦੇ ਰੋਟੀ ਗੁਰਦੁਆਰੇ ਲਿਆਉਂਦੇ ਆ। ਬਾਕੀ ਜਿਹੜੇ ਬੰਦਿਆਂ ਦੇ ਨਾਲੀਆਂ ਸਾਫ਼ ਕਰਦੇ ਆ, ਹੁਣ ਵੀ ਪ੍ਰਾਈਵੇਟ ਘਰਾਂ ਵਿੱਚ ਕੰਮ ਕਰਦੇ ਆ, ਦਿਹਾੜੀ ਲੈਂਦੇ ਆ ਆਪਣੀ, ਉਹਦੇ ਹਿਸਾਬ ਨਾਲ ਇਹਨਾਂ ਦਾ ਚੁੱਲ੍ਹਾ ਪਾਣੀ ਚੱਲੀ ਜਾਂਦਾ। ਇਹ ਨਹੀਂ ਵੀ ਇਹਨਾਂ ਕੋਲ ਪੈਸਾ ਬਿਲਕੁਲ ਇਹ ਨਹੀਂ, ਇਹ ਬਿਲਕੁਲ ਝੂਠ ਆ। ਕਿਸੇ ਦੇ ਗੋਹਾ ਚੱਕਦੇ ਆ, ਕਿਸੇ ਦੇ ਦਿਹਾੜੀ ਕਰਦੇ ਆ। ਹੁਣ 4 ਮਹੀਨੇ ਤੋਂ ਨਹੀਂ ਪਿੰਡ ਦਾ ਕੋਈ ਕੰਮ ਨਹੀਂ ਕੀਤਾ, ਸਾਰੇ ਉੱਦਾਂ ਹੀ ਗੰਦ ਪਿਆ। ਤੁਸੀਂ ਸ਼ਾਟ ਮਾਰ ਕੇ ਦੇਖ ਲਓ, ਸਾਰੇ ਪਿੰਡ ਵਿੱਚ ਗਲੀਆਂ ਨਾਲੀਆਂ ਉੱਪਰ ਤੱਕ ਭਰੀਆਂ ਪਈਆਂ। ਕੋਈ ਨਹੀਂ 4 ਮਹੀਨੇ ਕੰਮ ਕੀਤਾ ਤੇ ਆਪਣਾ ਦਿਹਾੜੀ ਦੱਪਾ ਕਰਕੇ ਹੁਣ ਇਹ ਟਾਈਮ ਪਾਸ ਕਰਦੇ ਆ। ਇਹ ਤਾਂ ਸਾਨੂੰ ਸਾਡੇ ਪਿੰਡ ਨੂੰ ਬਦਨਾਮ ਕਰਨ ਦੇ ਮਾਰੇ ਇਹ ਸਰਪੰਚ ਸਾਹਿਬ ਨੇ ਤਾਂ ਇਹ ਨਹੀਂ, ਸਾਰਿਆਂ ਨੇ ਇਹ ਕੰਮ ਕੀਤਾ ਵੀ ਇਹਨਾਂ ਨੂੰ ਪਿੰਡ ਨੂੰ ਬਦਨਾਮ ਕੀਤਾ ਜਾਵੇ। ਸਾਡੇ ਨਾਲ ਕੁਲਦੀਪ ਝਿੰਗੜ ਜੀ, ਜਿਨ੍ਹਾਂ ਨੇ ਪਿੰਡ ਲਈ ਵੀ ਸਮਾਜ ਲਈ ਵੀ ਸੇਵਾ ਨਿਭਾਈਆਂ, ਇਹਨਾਂ ਤੋਂ ਵੀ ਕੁਝ ਜਾਣਕਾਰੀ ਲੈਂਦੇ ਆ। ਇਹਨਾਂ ਨੇ ਵੀ ਰਣਜੀਤ ਸਿੰਘ ਝਿੰਗੜ ਦੇ ਨਾਲ 20 ਸਾਲ ਦੇ ਲਗਭਗ ਸਮਾਂ ਗੁਜ਼ਾਰਿਆ। ਸਭ ਤੋਂ ਪਹਿਲਾਂ ਸੰਜੀਵ ਭਨੋਟ ਜੀ, ਮੈਂ NKN ਦਾ ਤਹਿ ਦਿਲੋਂ ਧੰਨਵਾਦ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਆ ਕੇ ਸਾਡੀ ਪਿੰਡ ਦੀ, ਜੋ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਆ ਉਹ ਗਲਤ ਅਫਵਾਹਾਂ ਉਡਾ ਰਹੇ ਨੇ, ਉਹਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ। ਮੈਂ ਜਥੇਦਾਰ ਝਿੰਗੜ ਨਾਲ ਕੋਈ 20 ਸਾਲ ਦਾ ਸਮਾਂ ਨਿਭਾਇਆ, ਪਰ ਜਥੇਦਾਰ ਸਾਹਿਬ ਜੋ ਕਹਿੰਦੇ ਸੀ ਵੀ ਜੋ ਮੈਂ ਕਹਿ ਰਿਹਾ ਉਹ ਹੋਣਾ। ਮਿਸਾਲ ਦੇ ਤੌਰ ਤੇ ਅਸੀਂ ਸਾਡੇ ਗੁਰਦੁਆਰਾ ਰਵਿਦਾਸ ਮਹਾਰਾਜ ਜੀ, ਉਹਦੇ ਨਾਲ ਸੜਕ ਜਾਂਦੀ ਇੱਕ ਮਹੱਲੇ ਨੂੰ 20 ਸਾਲ ਮਤੇ ਪਾਉਂਦਾ ਰਹਿ ਗਿਆ, ਕਾਮਰੇਡ ਬਣਾ ਦੇਣਾ, ਮਤਿਆਂ ਦੇ ਵਿੱਚ ਹੀ ਲੰਘਾਤਾ। ਇਸੇ ਤਰ੍ਹਾਂ ਪੱਕੇ ਮਹੱਲੇ ਤੋਂ ਮੇਰੇ ਸਾਥੀ ਪਿਆਰਾ ਸਿੰਘ ਜੀ ਪੰਚ ਰਹੇ ਆ, ਉਹਨ ਵੀ ਡਟ ਕੇ ਇਹਦਾ ਸਾਥ ਦਿੱਤਾ। ਉਹਨਾਂ ਵੀ ਮਤੇ ਤੇ ਮਤਾ ਪਾ ਕੇ ਉਸ ਜਿਹੜਾ ਹੈਗਾ SC ਮਹੱਲੇ ਦਾ ਤੇ ਸਕੂਲ ਦੇ ਤੱਕ ਕੋਈ ਵੀ ਨਹੀਂ ਪੈਸਾ ਲਾਉਣ ਦੀ ਖੇਚਣ ਨਹੀਂ ਕੀਤੀ। ਬਾਰ-ਬਾਰ ਅਪੀਲ ਕਰਕੇ ਦੋਏ ਪੰਚ ਅਸੀਂ ਥੱਕ ਗਏ। ਇੱਕ ਸਮਾਂ ਐਸਾ ਵੀ ਆਇਆ ਜਦ ਉਹਦੀ ਅਗਵਾਈ ਦੇ ਵਿੱਚ ਸਾਰੇ ਪੰਚ ਇੱਕ ਪਾਸੇ ਹੋ ਗਏ, ਪਰ ਮੈਂ ਤੇ ਬਲਵਿੰਦਰ ਇੱਕ ਉਹਦੇ ਨਾਲ ਖੜੇ ਰਹਿ ਗਏ ਸੀਗੇ। ਨਹੀਂ ਉਹਦ ਵੀ ਇਹਦੀ ਜਿਹੜੀ ਹੈਗੀ ਆ ਪੰਚਾਇਤ ਗਿਰਨ ਵਾਲੀ ਸੀਗੀ, ਪਰ ਇਹਨੇ ਉਹ ਤੋਂ ਵੀ ਨਹੀਂ ਸਬਕ ਸਿੱਖਿਆ। ਫਿਰ ਮੈਂ ਆਪਣੇ ਇਹਨਾਂ ਪੰਚਾਂ ਨੂੰ ਇਕੱਠੇ ਕਰਕੇ ਮੈਂ ਕਿਹਾ ਨਹੀਂ, ਆਪਾਂ 5 ਸਾਲ ਲੰਘਾਈਏ, ਇਹ ਜਿਹੜਾ ਆਪ ਹੁਦਰਾ ਭੰਨ ਕਰਦਾ ਕਰੀ ਜਾਵੇ। ਹੁਣ ਵੀ ਜਿਹੜਾ ਮੁੰਡਾ ਸਰਪੰਚ ਆ ਉਹ ਮਤੇ ਪਾਉਂਦਾ ਆ, ਮਤਾ ਤੁਹਾਨੂੰ ਦਿਖਾ ਦੇਵਾਂਗੇ, ਖਾਲੀ ਸੈਨ ਆ, ਖਾਲੀ ਘੋੜੀ ਹਣਕਦੀ ਉੱਤੇ, ਨਾ ਦੀਦਾ ਪੀਰ, ਨਾ ਕੋਈ ਉਹਦੇ ਨਾਲ ਪੰਚ ਆ, ਕੱਲਾ ਹੀ ਦਸਤਖਤ ਕੀਤੇ ਹੋ ਆ ਤੇ ਉਹ ਸਾਡੇ ਮਤੇ ਹੱਥ ਆ ਗਏ ਆ। ਉਹ ਵੀ ਤੁਹਾਨੂੰ ਅਸੀਂ ਫੋਟੋ ਕਾਪੀ ਦਿਖਾ ਸਕਦੇ ਹਾਂ। ਜਿਹੜਾ ਸਵਾਲ ਹੈਗਾ ਪਿੰਡ ਦੇ ਵਿਕਾਸ ਦਾ, ਅਸੀਂ ਇਹਦੀ ਜਾਂ ਪੰਚਾਇਤ ਚੁਣੀ ਗਈ ਆ, ਸਾਨੂੰ ਕਹਿੰਦਾ ਇਹ ਧੜੇਬੰਦੀ ਕਰ ਰਹੇ ਆ, ਪਾਰਟੀਬਾਜ਼ੀ ਕਰ ਰਹੇ ਆ। ਪਾਰਟੀ 'ਚ ਕਾਂਗਰਸੀ ਵੀ ਜਿੱਤੇ ਹੋ, ਅਕਾਲੀ ਵੀ ਜਿੱਤੇ ਹੋ, ਬਸਪਾ ਵੀ ਜਿੱਤੇ ਹੋ, CPM ਵੀ ਜਿੱਤੀ ਹੋਆ। ਸਾਡਾ ਪਿੰਡ ਦੇ ਵਿਕਾਸ ਦੇ ਲਈ ਕੋਈ ਧੜਾ ਨਹੀਂ ਆ।
ਪਰ ਧੜਾ ਇਹਨੇ ਹਉਮਾ ਬਣਾ ਲਿਆ ਵੀ ਮੈਂ ਜੇ ਪੰਚ ਜਿਹੜਾ ਕੰਮ ਕਹਿੰਦੇ ਮੈਂ ਇਹ ਨਹੀਂ ਕਰਨਾ, ਮੈਂ ਆਪਣੀ ਮਰਜ਼ੀ ਨਾਲ ਕਰਨਾ। ਇੱਕ ਮਿਸਾਲ ਦਿੰਨੇ ਭਨੋਟ ਜੀ, ਉਹ 20 ਸਾਲ ਗਲੀ ਅੜੀ ਰਹੀ, ਅਸੀਂ ਕਹਿਣਾ ਬਣਾ ਦੇ, ਨਹੀਂ ਇਹ ਵਿਰੋਧੀ ਆ, ਨਹੀਂ ਇਹ ਵਿਰੋਧੀ ਆ, ਇਹਨਾਂ ਦੀ ਬਣਾਉਣੀ ਨਹੀਂ। ਉਹਨਾਂ ਨੂੰ ਕਿਹਾ ਸਿੱਖਾਂ ਦੀ ਗਲੀ ਕਹਿੰਦੇ ਆ। ਉਸ ਤੋਂ ਬਾਅਦ ਜਦ ਇਹਨੇ ਪੰਚਾਇਤ ਬਣਾਈ, ਇਹਦੀ ਬਹੁਮਤ ਹੈ ਨਾ, ਮੈਂ ਇਹਨੂੰ ਕਿਹਾ ਤੇਰੀ ਬਹੁਮਤ ਹੈ ਨਹੀਂ, ਪੱਕੇ ਮੱਲੇ ਤੇ ਕੰਮ ਸ਼ੁਰੂ ਕਰਾ ਦੇ, ਪੰਚਾਇਤ ਤੇਰੀ ਖਿੱਲਰ ਜਾਣੀ ਆ। ਕਹਿੰਦਾ ਲੈ ਉਹ ਸੜਿਓ ਜਿਹਾ ਬੰਦੇ ਪੰਚ ਮੇਰੀ ਪੰਚਾਇਤ ਖਿਲਾਰ ਦੋਗੇ। ਮੈਂ ਕਿਹਾ ਮੇਰੇ ਉਦਣ ਦੇ ਮਨ 'ਚ ਇਹ ਆ ਗਈ ਵੀ ਸਾਡੀ ਜਿਹੜੀ ਹੈਗੀ ਆ ਕੌਮ ਨੂੰ ਸੜਿਓ ਮੈਂਬਰ ਪੰਚਾਇਤ ਸਾਦਾ ਤੇ ਇਹਨਾਂ ਲਕੀਰ ਖਿੱਚੀ ਜਾਵੇ। ਮੈਂ ਉਸੇ ਦਿਨ ਤੋਂ 3 ਵਾਰੀ ਜਿਹੜੀ ਆ ਇਹ ਨਵੀਂ ਚੁਣੀ ਗਈ ਪੰਚਾਇਤ ਪੰਡਤ ਜੀ ਉਹਨਾਂ ਨੂੰ ਬੇਨਤੀ ਕਰਕੇ 4 ਵਾਰੀ ਮੈਂ ਇਹ ਘਰ ਸੱਦੇ ਵੀ ਕੰਮ ਚੱਲੇ, ਪਰ ਇਹ ਸਰਪੰਚ ਤੋਂ ਕੋਈ ਵੀ ਹਾਂ ਪੱਖੀ ਹੰਗਾਰਾ ਨਹੀਂ ਮਿਲਿਆ। ਜੇ ਸਰਪੰਚ ਨੂੰ ਕਿਹਾ, ਸਾਡੇ ਰਵਿਦਾਸ ਮਹਾਰਾਜ ਦਾ ਦਿੱਲੀ ਜਿਹੜਾ ਮੰਦਿਰ ਢਾਇਆ ਸੀ, ਉਸ ਦਿਨ ਅਸੀਂ ਇੱਕ ਸਾਂਝਾ ਇਕੱਠ ਸੀ, ਬਹੁਤ ਵੱਡਾ ਜਲੂਸ ਪਿੰਡ 'ਚ ਕੱਢਿਆ। ਉੱਥੇ ਇਹਨੂੰ ਸਰਪੰਚ ਵੀ ਗਿਆ, ਮੈਂ ਕਿਹਾ ਜਗਵਿੰਦਰ ਪੰਚਾਇਤ ਖਿਲਰ ਜਾਣੀ ਆ, ਇਹ ਕੰਮ ਸ਼ੁਰੂ ਕਰਾ ਦਈਏ। ਬਸ ਕਹਿੰਦਾ ਅੰਕਲ ਫਲਾਨੇ ਕੋ ਜਾਂਦੇ, ਧੈਮਕੜੇ ਵੀ ਜਾਂਦੇ ਆ। ਇਹਨੇ ਸਾਰਾ ਪਿੰਡ ਦਾ ਜਿਹੜਾ ਵਿਕਾਸ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਆ, ਨਾ ਕਿ ਚਲਾਉਣ ਦੇ ਲਈ ਕੀਤੀ ਆ। ਕਾਮਰੇਡ ਸਾਹਿਬ, ਇੱਕ ਸੋਸ਼ਲ ਮੀਡੀਆ ਤੇ ਵੀ ਪਿੰਡ ਦੀਆਂ ਜ਼ਰੂਰ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਪਿੰਡ ਦੀ ਪੰਚਾਇਤ ਵਾ ਜਿਹੜੀ ਆ ਉਹ 2 ਧੜਿਆਂ 'ਚ ਹੋ ਗਏ ਆ, ਜਾਂ ਸਰਪੰਚ ਵੱਲੋਂ ਵੀ ਪਾਏ ਜਾਂਦੇ ਜਾਂ ਤੁਹਾਡੇ ਇੱਧਰੋਂ ਵੀ ਪਾਏ ਜਾਂਦੇ। ਕੀ ਇਹੋ ਜਿਹੇ ਕੰਮ ਹੋਣੇ ਚਾਹੀਦੇ? ਮੈਂ ਇਸ ਕੰਮ ਦੇ ਬਿਲਕੁਲ ਖਿਲਾਫ ਹਾਂ। ਜਿਹੜਾ ਆਪਣੇ ਪਿੰਡ ਦੇ ਦੇਖੋ ਇਹਨਾਂ ਦੇ ਵੀਰਾਂ ਦਾ, ਜਿਨ੍ਹਾਂ ਨੇ ਸਾਨੂੰ 12-14 ਲੱਖ ਰੁਪਈਆ ਭੇਜਿਆ, ਅਸੀਂ ਘਰ ਪਰ ਜਿਹੜੀਆਂ ਕਿੱਟਾਂ ਬਣੀਆਂ ਪੰਡ ਜੀ ਹੁਣੀ ਪਹਿਲਾਂ ਦੱਸ ਗਏ ਆ। ਇਹ ਤਾਂ ਬਾਹਰ ਵਿਦੇਸ਼ਾਂ 'ਚ ਬੈਠੇ ਜਿਹੜੇ ਸਾਡੇ ਇਹਨਾਂ ਦੇ ਵੀ ਆ, ਉਹਨਾਂ ਦਾ ਵੀ ਇਹ ਸਰਪੰਚ ਨਰਾਦਰ ਕਰਨ ਤੇ ਤੁਰਿਆ ਹੋਇਆ ਹੈ। ਤੇ ਜਿਹੜਾ ਹੈਗਾ ਹੁਣ ਮਜ਼ਦੂਰ ਨੂੰ ਮੋਹਰਾ ਬਣਾ ਰਿਹਾ, ਨਾ ਕਿ ਪਤਾ ਆ ਵੀ ਜਿਹੜਾ ਹਾਈ ਕੋਰਟ ਦੇ ਕੇਸ ਵੀ ਇਹਨੇ ਕੀਤਾ, ਸਾਰਾ ਜਿਹੜਾ ਰਜਿਸਟਰ ਕਾਰਵਾਈ ਆ ਉਹ ਸਾਰਾ ਵੀਡੀਓ ਸਾਹਿਬ ਦੇ ਬਲਾਕ ਚੱਲ ਗਿਆ। ਇਹ ਲੋਕਾਂ ਨੂੰ ਭੜਕਾਈ ਜਾਂਦਾ, ਪੰਚਾਇਤ ਨਹੀਂ ਮਤੇ ਵਗਦੀ। ਪੰਚਾਇਤ ਮਤੇ ਕਿੱਥੋਂ, ਸਭ ਤੋਂ ਰਜਿਸਟਰ ਹੀ ਨਹੀਂਗਾ। ਨਾਲੇ ਜਿੰਨਾ ਚਿਰ ਹਾਈ ਕੋਰਟ ਦੀ ਸਾਡਾ ਕੇਸ ਚੱਲਦਾ, ਉਹਨਾਂ ਚਿਰ ਕੋਈ ਮਤੇ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਕਿ ਲੱਗਦਾ ਕਿਸੇ ਤਰੀਕੇ ਸਮਝੌਤਾ ਹੋ ਜਾਊ? ਸਮਝੌਤਾ, ਅਸੀਂ ਤਾਂ ਸਮਝੌਤੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ, ਪਰ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਇਸ ਕਰਕੇ ਕੋਈ ਹੁਣ ਸਮਝੌਤੇ ਦੀ ਹਜੇ ਸੰਭਾਵਨਾ ਨਹੀਂ ਕੋਈ ਦੀ। ਤੇ ਉਹ ਫਿਰ ਮਜ਼ਦੂਰਾਂ ਦਾ ਚੁੱਲ੍ਹਾ ਕਿੱਦਾਂ ਚੱਲੂਗਾ, ਜਿਹਦੇ ਪਿੰਡ ਦੇ ਜਿਹੜੇ ਸਫਾਈ ਸੇਵਕ ਆ ਜਾਂ ਹੁਣ ਉਹਨਾਂ ਨੂੰ ਸਫਾਈ ਸੈਨਿਕ ਕਿਹਾ ਜਾਂਦਾ, ਉਹਨਾਂ ਦੇ ਕਰਕੇ ਤੁਹਾਡੇ ਪਿੰਡ ਦੇ ਵਿੱਚ ਇੱਕ ਧੜੇਬੰਦੀ ਬਣ ਗਈ ਹੈ, ਉਹ ਕਿੱਦਾਂ ਹਟੂ? ਧੜੇਬੰਦੀ ਭਨੋਟ ਜੀ, ਸਵਾਲ ਤੁਹਾਡਾ ਵਧੀਆ ਆ। ਅਸੀਂ ਤਾਂ ਪਹਿਲਾਂ ਹੀ ਮਜ਼ਦੂਰਾਂ ਦੇ ਜਿਹੜੀ ਹੈਗੀ ਆ ਹੱਕਾਂ ਦੀ ਗੱਲ ਕਰਦੇ ਆ। ਮਜ਼ਦੂਰ ਦੀ ਮਜ਼ਦੂਰੀ ਮਿਲਣੀ ਚਾਹੀਦੀ ਆ, ਪਰ ਮੈਂ ਪੰਚਾਇਤ ਮੈਂਬਰਾਂ ਨੂੰ ਇਕੱਠੇ ਕਰਕੇ ਅਸੀਂ 20,000 ਰੁਪਈਆ ਆਪਸ ਵਿੱਚ ਹੀ ਇਕੱਠਾ ਕੀਤਾ ਵੀ ਇਹਨਾਂ ਨੂੰ ਇਹਨਾਂ ਦਾ ਚੁੱਲ੍ਹਾ ਪਾਣੀ ਨਾ ਬੰਦ ਹੋਵੇ, ਇਹਨਾਂ ਨੂੰ ਦੇ ਦਈਏ। ਪਰ ਉਹ ਬੰਦੇ ਨੇ ਪੋਸਟੇ ਝੱਟ ਪਾਤੀ, ਕਹਿੰਦੇ ਸਾਨੂੰ ਖਰੀਦਣ ਆਏ ਆ, ਨਾ ਕਿ ਖਰੀਦਣ ਵਾਲੀ ਸਾਡੀ ਕੋਈ ਗੱਲ ਨਹੀਂ। ਸਾਨੂੰ ਤਾਂ ਇਹ ਸੀਗਾ ਵੀ ਜਦ ਜਿੰਨਾ ਚਿਰ ਹਾਈ ਕੋਰਟ 'ਚ ਕੇਸ ਚੱਲਦਾ, ਉਨਾ ਚਿਰ ਅਸੀਂ ਪੈਸੇ ਤਾਂ ਨਾ ਇਹਨਾਂ ਨੂੰ ਮਿਲਣੇ ਆ ਸਫਾਈ ਸੇਵਕਾਂ ਨੂੰ, ਨਾ ਇਹ ਪੰਚਾਂ ਨੂੰ ਮਿਲਣੇ ਸੀ ਜਿਹੜਾ ਜਿੰਨੀ ਕੋਲੋਂ ਦੇਣੇ ਸੀਗੇ। ਉਹਦੇ ਵਿੱਚ ਸਾਰੇ ਪੰਚਾਂ ਨੇ ਆਪਣੀ ਯੋਗਤਾ ਮੁਤਾਬਕ ਪਾਏ ਆ, ਉਹ 'ਚ ਮੈਂ ਵੀ ਪਾਇਆ। ਅਸੀਂ 20,000 ਰੁਪਈਆ ਇਕੱਠਾ ਕੀਤਾ। ਬਹੁਤ ਬਹੁਤ ਧੰਨਵਾਦ ਕਾਮਰੇਡ ਸਾਹਿਬ ਦਾ, ਜਿਨ੍ਹਾਂ ਨੇ ਦੱਸਿਆ ਕਿ ਸਫਾਈ ਸੇਵਕਾਂ ਨੂੰ ਅਸੀਂ ਕੋਲੋਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਉਪਰੰਤ ਇੱਕ ਪੋਸਟ ਪਾਈ ਗਈ ਹੈ ਕਿ ਸਾਨੂੰ ਖਰੀਦਣ ਆਏ ਆ। ਸੁਰਿੰਦਰ ਸਿੰਘ ਜੀ ਇਹ ਵੀ ਪਿੰਡ ਦੇ ਵਾਸਤੇ ਕੁਝ ਆਪਣੇ ਵਿਚਾਰ ਰੱਖਣਗੇ ਕਿ ਇਹਨਾਂ ਨੇ ਜਾਂ ਕੋਈ ਘਟਨਾ ਇਹਨਾਂ ਨਾਲ ਵਾਪਰੀ ਹੈ ਜਾਂ ਪਿੰਡ ਦੇ ਵਿਕਾਸ ਦੇ ਲਈ ਗੱਲ ਕਰਨਗੇ। ਸੁਰਿੰਦਰ ਜੀ। ਮੈਂ ਬਹੁਤ ਬਹੁਤ ਧੰਨਵਾਦੀ ਹਾਂ NK TV ਵਾਲਿਆਂ ਦਾ, ਜੋ ਕਿ ਸਾਡੀ ਗੱਲ ਨੂੰ ਆਮ ਲੋਕਾਂ ਦੇ ਵਿੱਚ ਦੱਸਣ ਜਾ ਰਿਹਾ। ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਗਿਆ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਝਿੰਗੜ ਨੇ ਬਹੁਤ ਹੀ ਵਿਕਾਸ ਜੋ ਕਰਾਇਆ, ਉਹਦੇ ਬਾਰੇ ਵੀ ਜੋ ਹੋਇਆ। ਲੇਕਿਨ ਸਾਨੂੰ ਜਦੋਂ ਸਾਡਾ ਰਵਿਦਾਸ ਗੁਰਦੁਆਰਾ ਸਾਹਿਬ ਵਾਲਾ ਰਸਤਾ ਜਿਹੜਾ ਹੈ ਬੈਂਕ ਵਾਲੇ ਮੋੜ ਤੋਂ ਜਾ ਕੇ ਬਣਦਾ ਹੈ, ਉਸ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਲਾਗੇ ਗਿਆ ਤਾਂ ਇਹਨਾਂ ਨੇ ਕਹਿ ਦਿੱਤਾ ਵੀ ਸਾਡੇ ਕੋਲ ਪੈਸੇ ਹੈ ਨਹੀਂ, ਵੀ ਇਹ ਰਸਤਾ ਇੱਥੇ ਰੋਕ ਦਿੱਤਾ ਜਾਵੇ। ਲੇਕਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਇਹ ਰਸਤਾ ਗੁਰਦੁਆਰਾ ਸਾਹਿਬ ਤੋਂ ਅੱਗੇ ਤੱਕ ਬਣਨਾ ਚਾਹੀਦਾ, ਰੁਕਣਾ ਨਹੀਂ ਚਾਹੀਦਾ।
ਤੇ ਰਣਜੀਤ ਸਿੰਘ ਨੇ ਇਹ ਗੱਲ ਕਹੀ ਵੀ ਤੁਸੀਂ ਪੈਸੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਾ ਦਿਓ, ਆਉਣ ਵਾਲੇ ਟਾਈਮ ਦੇ ਵਿੱਚ ਜੋ ਪੰਚਾਇਤੀ ਜ਼ਮੀਨ ਹੈ ਉਹਦੀ ਬੋਲੀ ਹੋਣੀ ਆ, ਉਹਦੇ ਵਿੱਚੋਂ ਜਿਹੜੇ ਹੈਗੇ ਆ ਪੈਸੇ ਉਹ ਤੁਹਾਨੂੰ ਦੇ ਦੇਵਾਂਗੇ। ਲੇਕਿਨ ਹੋਇਆ ਕਿ ਰਸਤਾ ਬਣ ਗਿਆ। ਰਸਤਾ ਬਣਨ ਤੋਂ ਬਾਅਦ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ, ਪੈਸੇ ਆਏ, ਤਾਂ ਜਦੋਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਗੱਲ ਕਹੀ ਸੀ ਭਈ ਸਾਨੂੰ ਪੈਸੇ ਅਸੀਂ ਰਵਿਦਾਸ ਗੁਰਦੁਆਰਾ ਸਾਹਿਬ ਦੇ ਵਾਪਸ ਕਰ ਦਿਆਂਗੇ, ਤੇ ਸਾਨੂੰ ਸਾਫ਼ ਜਵਾਬ ਦੇ ਦਿੱਤਾ ਕਿ ਨਹੀਂ ਜੀ ਅਸੀਂ ਤਾਂ ਇਹ ਗੱਲ ਕਹੀ ਹੀ ਨਹੀਂ। ਹਾਲਾਂਕਿ ਕਾਮਰੇਡ ਕੁਲਦੀਪ ਨੇ ਇਹ ਵੀ ਗੱਲ ਕਹੀ ਕਿ ਸਰਪੰਚ ਸਾਹਿਬ ਤੁਸੀਂ ਕਿਹਾ ਸੀਗਾ ਵੀ ਪੈਸੇ ਵਾਪਸ ਕਰਾਂਗੇ, ਇਸ ਗੱਲ ਤੋਂ ਸਾਫ਼ ਹੀ ਜਵਾਬ ਦੇ ਦਿੱਤਾ। ਉਹ ਸਾਡਾ ਵੀ ਪੈਸਾ ਜਿਹੜਾ ਸੀਗਾ ਉਹ ਘਾਉ ਮਾਊ ਕੀਤਾ ਗਿਆ। 70,000 ਰੁਪਈਆ ਜਿਹੜਾ ਸੀਗਾ ਉਹ ਇਦਾਂ ਹੀ ਘਾਉ ਮਾਊ ਕੀਤਾ ਗਿਆ। ਪਿੰਡ ਝਿੰਗੜਾ ਜਿਹੜਾ ਬਹੁਤ ਹੀ ਇਤਿਹਾਸਕ ਪਿੰਡ ਹੈ, ਬੱਬਰਾਂ ਦਾ ਪਿੰਡ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਅਹਿਮ ਯੋਗਦਾਨ ਪਾਇਆ, ਉਸ ਪਿੰਡ ਦੇ ਵਿੱਚ ਵਿਕਾਸ ਨੂੰ ਲੈ ਕੇ ਔਰ ਹੋਰ ਵੱਖ-ਵੱਖ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਮਸਲਾ ਭਖਦਾ ਜਾ ਰਿਹਾ ਹੈ। ਪੰਚਾਇਤ ਵੱਲੋਂ ਵੀ ਦੋ ਧੜਿਆਂ ਦੇ ਵਿੱਚ ਵੰਡੇ ਹੋਣ ਕਰਕੇ ਜਿਹੜੇ ਇੱਥੇ ਦੇ ਵਿਕਾਸ ਕਾਰਜ ਰੁਕੇ ਹੋਏ ਆ। ਅੱਜ ਆਪਾਂ ਗੱਲ ਕਰਦੇ ਹਾਂ ਇਸ ਨੌਜਵਾਨ ਦੇ ਨਾਲ, ਇਹਦਾ ਕੀ ਕਹਿਣਾ ਜਾਂ ਕਿ ਇਹਦੇ ਕੋਈ ਪੈਸੇ ਰੁਕੇ ਹੋਏ ਆ। ਮੇਰਾ ਨਾਮ ਪਰਮਜੀਤ ਹੈ ਜੀ। ਮੈਂ ਖੇਡ ਸਟੇਡੀਅਮ ਜਿਹੜਾ ਬੱਬਰ ਸਪੋਰਟਸ ਕਲੱਬ ਆ ਉਹ ਬਣਾਇਆ ਸੀਗਾ। ਉਹਦੇ ਲੇਬਰ ਮੇਰੀ ਕਾਫੀ ਸਮੇਂ ਤੋਂ ਰਹਿੰਦੀ ਆ, ਜਥੇਦਾਰ ਰਣਜੀਤ ਸਿੰਘ ਵੱਲ। ਉਹ ਕੋਈ ਦੱਸਦਾ ਨਹੀਂ ਮੈਂ ਹੁਣੇ ਦੇਣਾ ਤੁਹਾਨੂੰ, ਅੱਜ ਦੇਣਾ ਕੱਲ੍ਹ ਦੇਣਾ, ਲਗਭਗ 14-15 ਸਾਲ ਹੋ ਗਏ ਇੱਦਾਂ ਹੀ ਕਹੀ ਜਾਂਦਾ ਵੀ ਦੇਣੇ, ਅੱਜ ਦੇਣੇ, ਕੱਲ੍ਹ ਦੇਣੇ, ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਇਹ ਸਾਨੂੰ ਦੱਸਿਆ ਜਾਵੇ ਜੀ, ਜੋ ਵੀ ਹੈ ਸਾਨੂੰ ਪੈਸੇ ਦਵਾਏ ਜਾਣ। ਸਾਡੇ ਖੇਡ ਸਟੇਡੀਅਮ ਦੇ ਸਾਡੀ ਲੇਬਰ ਦੇ ਪੈਸੇ ਰਹਿੰਦੇ ਆ ਲੰਬੇ ਸਮੇਂ ਤੋਂ। ਕਿੰਨੇ ਕੁ ਪੈਸੇ ਰਹਿੰਦੇ ਆ? ਲਗਭਗ 1.5-2 ਲੱਖ ਰੁਪਈਆ। ਜਿਸ ਵੇਲੇ ਕੰਮ ਚੱਲਦਾ ਸੀ ਉਹ ਕਿੰਨੀ ਕੁ ਦੇਰ ਕੰਮ ਚੱਲਿਆ ਸਟੇਡੀਅਮ ਦਾ? ਸਟੇਡੀਅਮ ਦਾ ਲਗਭਗ 6 ਮਹੀਨੇ। ਕਿੰਨੇ ਬੰਦੇ ਸੀਗੇ ਤੁਸੀਂ ਕੰਮ ਕਰਦੇ? ਲਗਭਗ ਅਸੀਂ 15 ਬੰਦੇ ਜੀ ਕਰਦੇ। ਤੇ ਉਹਨਾਂ ਨੂੰ ਪੈਸੇ ਫਿਰ ਤੁਸੀਂ ਕੋਲੋਂ ਵੀ ਲੇਬਰ ਨੂੰ ਦਿੰਦੇ ਰਹੇ? ਉਹਨਾਂ 'ਚੋਂ ਦਿੱਤੇ ਵੀ ਮੈਨੂੰ ਉਹਨੇ ਪੈਸੇ, ਕੋਲੋਂ ਵੀ ਦਿੱਤੇ ਸਾਰੇ ਪੈਸੇ, ਬਾਕੀ ਸੀ ਚੈੱਕ ਮੈਨੂੰ ਦਿੱਤੇ ਉਹਨੇ। ਮੈਂ ਟੋਟਲ ਕਿੰਨੇ ਕੁ ਪੈਸੇ ਬਣਦੇ ਆ? ਟੋਟਲ 1.25 ਲੱਖ ਰੁਪਈਆ ਬਣਦਾ ਜੀ। ਬਾਕੀ ਗਲੀਆਂ ਨਾਲੀਆਂ ਦਾ ਵੀ ਕੰਮ ਕੀਤਾ, ਰਸਤੇ ਬਣਾਏ ਆ, ਉਹਨਾਂ ਦੇ ਵੀ ਹਲੇ ਲੇਬਰ ਰਹਿੰਦੀ ਆ ਮੇਰੀ ਹਲੇ ਪੁਰਾਣੀ ਪੰਚਾਇਤ ਦੀ। ਉਸ ਤੋਂ ਬਾਅਦ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਧਿਆਨ ਦੇ ਵਿੱਚ ਲਿਆਂਦਾ? ਉਹ ਤਾਂ ਕਰਦੇ ਜੇ ਮੁੱਕਰਦਾ, ਉਹਦਾ ਕਹੀ ਜਾਂਦਾ ਅੱਜ ਦੇਣੇ, ਕੱਲ੍ਹ ਦੇਣੇ, ਆਉਣੇ ਵਾਲੇ ਆ ਪੈਸੇ। ਇਹ ਨੌਜਵਾਨ ਨੇ ਦੱਸਿਆ ਹੈ ਕਿ ਮੇਰੀ ਕੀਤੀ ਹੋਈ ਕਿਰਤ ਦੇ ਪੈਸੇ ਜਿਹੜੇ ਆ ਉਹ ਪਿਛਲੇ ਸਰਪੰਚ ਵੱਲੋਂ ਰਹਿੰਦੇ ਆ, ਉਹ ਨਹੀਂ ਦੇ ਰਿਹਾ, ਸਿਰਫ ਲਾਰਿਆਂ ਦੇ ਵਿੱਚ ਹੀ ਕਾਫੀ ਸਾਲ ਲੰਘਾ ਦਿੱਤੇ ਆ। ਅਮਰੀਕ ਸਿੰਘ ਇਹ ਵੀ ਝਿੰਗੜਾ ਦੇ ਨਿਵਾਸੀ ਨੇ, ਇਹਨਾਂ ਨੂੰ ਵੀ ਪੁੱਛਦੇ ਆ। ਇਹ ਵੀ ਕਹਿੰਦੇ ਕਿ ਪੰਚਾਇਤ ਵੱਲੋਂ ਸਾਡੇ ਪੈਸੇ ਰਹਿੰਦੇ ਆ। ਕਿਹੜੀ ਪੰਚਾਇਤ ਵੱਲੋਂ ਰਹਿੰਦੇ ਆ ਔਰ ਕਿੰਨੀ ਦੇਰ ਹੋ ਗਈ? 2006 ਦੇ ਰਹਿੰਦੇ ਜੀ ਪੈਸੇ ਮੇਰੇ। 40-45 ਹਜ਼ਾਰ ਸਟੇਡੀਅਮ ਦਾ ਆ ਤੇ 30-40 ਹਜ਼ਾਰ ਰੁਪਈਆ ਰੇਤਾ ਸਟ ਵਾਲਿਆ। ਮੇਰੇ ਤੋਂ ਪੈਸੇ ਮੈਨੂੰ ਦਿੰਦੇ ਨਹੀਂ, ਹੱਲੇ ਲਾਰੇ ਲਾਈ ਜਾਂਦੇ ਆ। ਤੇ ਇੱਕ ਮੈਂ JVC ਨਾਲ ਡਰੇਨ ਤੇ ਸਾਫ਼ ਕਰਵਾਈ ਸੀਗੀ, ਉਹਦਾ 70,000 ਰੁਪਈਆ ਬਣਿਆ, ਉਹ ਵੀ ਨਹੀਂ ਦਿੰਦਾ। ਉਹ ਮੇਰੇ ਅਗਲਾ JVC ਵਾਲਾ ਘਰ ਗੇੜੇ ਮਾਰਦਾ ਆ। ਕਿੰਨੀ ਕੁ ਦੇਰ ਹੋ ਗਈ? ਇਹ 2006 ਦੇ ਆ ਜੀ। ਵਿੱਚੋਂ ਪੈਸੇ ਮਿਲੇ ਵੀ ਨਹੀਂ ਜੀ, ਥੋੜੇ ਬਹੁਤੇ ਦਿੱਤੇ ਆ, 10-20 ਹਜ਼ਾਰ ਰੁਪਈਆ ਦਿੱਤਾ, ਬਾਕੀ ਕੋਈ ਨਹੀਂ ਦਿੱਤੇ। ਫਿਰ ਗੁਜ਼ਾਰਾ ਕਿੱਦਾਂ ਚੱਲਦਾ? ਗੁਜ਼ਾਰਾ ਬਸ ਗਰੀਬ ਬੰਦਾ ਹੈ ਜੀ, ਮਗਰ ਅਗਲਾ ਕੋਈ ਪੈਸਾ ਨਹੀਂ ਦਿੰਦਾ, ਬਸ ਇੱਦੇ ਘਰੇ ਮਾੜਾ ਮੋਟਾ ਚੱਲਦਾ ਕੰਮ। ਫਿਰ ਉਹਨੂੰ ਸਰਪੰਚ ਨੂੰ ਤੁਸੀਂ ਮਿਲੇ ਵੀ? ਹਾਂਜੀ ਮਿਲਦੇ, ਰੋਜ਼ੇ ਮਿਲੀ ਜਾਂਦੇ ਆ, ਲਾਰੇ ਲਾਈ ਜਾਂਦਾ, ਅੱਜ ਦਿੰਦੇ ਕੱਲ੍ਹ ਦਿੰਦੇ, ਦਿੰਦਾ ਹੈ ਨਹੀਂ ਕੋਈ ਪੈਸਾ। ਕਿਹੜਾ ਸਰਪੰਚ ਸੀ? ਰਣਜੀਤ ਸਿੰਘ ਭੁੱਲਾ ਜੀ ਸਰਪੰਚ ਸੀ। ਹੁਣ ਉਹਦਾ ਮੁੰਡਾ ਆ ਸਰਪੰਚ, ਉਹਨੂੰ ਵੀ ਕਿਹਾ ਪੈਸਾ ਨੂੰ? ਨਹੀਂ ਜੀ, ਉਹਨੂੰ ਨਹੀਂ ਕਿਹਾ, ਉਹਨੂੰ ਕਿਹਾ, ਉਹ ਕਹਿੰਦਾ ਮੈਂ ਆਪੇ ਦਊਂਗਾ, ਦਿੰਦਾ ਹੈ ਨਹੀਂ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਤੇ ਆਹ ਸਾਡੇ ਪਿੰਡ ਦੀ ਨਾਲੀ ਆ, ਇੰਨਾ ਮਾੜਾ ਹਾਲ ਹੈ ਜੀ। ਇਹ 20 ਸਾਲਾਂ ਤੋਂ ਇਹ ਨਾਲੀਆਂ ਦੀ ਨਾ ਰਿਪੇਅਰ ਹੋਈ ਆ, ਨਾ ਇਹਦੇ ਵਿੱਚ ਇੱਟਾਂ ਸੀਗੀਆਂ ਜੀ, ਇੱਟਾਂ ਹੀ ਪਤਾ ਨਹੀਂ ਕਿੱਥੇ ਚਲ ਗਈਆਂ। ਇੰਨਾ ਮਾੜਾ ਜ਼ਿਆਦਾ ਹਾਲ ਹੋਇਆ ਹੈ ਪਿੰਡ ਦਾ, ਤੇ ਬਹੁਤ ਜ਼ਿਆਦਾ ਵੀ ਇਹਦੀ ਜਿਹੜੀ ਹਾਲਤ ਆ ਉਹ ਖਰਾਬ ਹੋ ਚੁੱਕੀ ਆ। 20 ਸਾਲਾਂ ਤੋਂ ਸਰਪੰਚ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ ਹੈ ਜੀ, ਤੇ 20 ਸਾਲ ਹੋ ਗਏ। ਤੇ ਆ ਤੁਸੀਂ ਸਾਰਾ ਨਾਲਾ ਦੇਖ ਸਕਦੇ ਆ ਜੀ, ਪੱਕੇ ਮਹੱਲੇ ਤੱਕ ਜਾਂਦਾ ਆ। ਤੇ ਕਦੇ ਵੀ ਇੱਥੇ ਜਿਹੜੇ ਸਫਾਈ ਕਰਮਚਾਰੀ ਆ ਉਹ ਵੀ ਕਦੇ ਨਾਲੀ ਕੱਢਣ ਮੈਨੂੰ ਤਾਂ ਲੱਗਦਾ ਜੀ ਆਏ ਨਹੀਂ। ਬਾਕੀ ਤੁਸੀਂ ਆਲੇ ਦੁਆਲੇ ਕਿਸੇ ਵੀ ਘਰ ਜਾ ਕੇ ਪੁੱਛ ਸਕਦੇ ਆ ਵੀ ਕਈ ਨਾਲੀਆਂ ਵਾਲਾ ਬੰਦਾ ਇੱਥੇ ਸਫਾਈ ਕਰਨ ਆਇਆ ਹੋਵੇ।
ਕੋਈ ਬੰਦਾ ਜੀ ਇੱਥੇ ਸਫਾਈ ਕਰਨੀ ਆ, ਜੇ ਆਪ ਦਾ ਕੋਈ ਪੈਸੇ ਦਿੰਦੇ ਆ ਤੇ ਤਾਂ ਉਹ ਇੱਥੇ ਆ ਕੇ ਸਫਾਈ ਕਹਿ ਕੇ ਕਰਾਉਣੀ ਪੈਂਦੀ ਆ, ਤੇ ਉਹ ਵੀ 6-6 ਮਹੀਨੇ ਸਾਲ ਲੱਗ ਜਾਂਦਾ ਹੈ ਜੀ। ਤੇ ਜਿਹੜੇ ਬੰਦੇ ਆ ਸਫਾਈ ਕਰਮਚਾਰੀ, ਉਹ ਸ਼ਾਇਦ ਬਿਆਨ ਦਿੰਦੇ ਸੀਗੇ ਆਪਣੇ ਫੇਸਬੁੱਕ ਤੇ ਵੀ, ਉਹ ਤਾਂ ਜੀ ਉਹ ਵੀ ਸਾਡੇ ਪਰਸਨਲ ਇੱਥੇ ਆਲੇ ਦੁਆਲੇ ਘਰਾਂ ਦੇ ਵਿੱਚ ਸਾਡੇ ਆਪਦੇ ਵੀ ਗੋਹਾ ਚੱਕਦੇ ਆ ਜੀ, ਉਹ ਗੋਹਾ ਚੱਕਦੇ ਆ, ਹੋਰ ਵੀ ਦਿਹਾੜੀ ਤੇ ਜਾਂਦੇ ਕੰਮ ਕਰਦੇ ਆ। ਤੇ ਸਫਾਈ ਦਾ ਤੁਸੀਂ ਦੇਖ ਹੀ ਸਕਦੇ ਆ, ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਜੀ। ਤੇ ਸਾਰਾ ਜਿਹੜਾ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਸੋ ਇਹ ਅਸੀਂ ਕੱਢਾਂਗੇ ਨਾਲੀ, ਸਾਡੇ ਨਵੇਂ ਮਕਾਨ ਅੱਗੇ ਨਾਲੀਆਂ ਨੇ ਢਾਏ ਆ, ਐਦਾਂ ਨਹੀਂ ਸੀ ਢਹਿਣੇ ਇਹ ਕਿੰਨੇ ਚਿਰ ਤੋਂ ਇਦਾਂ ਹੀ ਆ? ਹੁਣ ਫੇਰ ਇਦਾਂ ਹੀ ਆ। ਕਿੰਨੇ ਚਿਰ ਤੋਂ? ਜਿੰਦਾ ਚਾਹੇ ਚਿਰ ਤੋਂ ਹੀ ਆ, ਪਹਿਲੇ ਦਿਨ ਤੋਂ ਹੀ ਆ। ਖੂਹ ਜਿੱਡੀ ਕੱਢੀ ਹੋਈ ਪੁਰਾਣੀ ਪੰਚਾਇਤ ਨੇ ਬਣਾਈਆਂ ਪੁਰਾਣੀ ਪੰਚਾਇਤ ਨੇ ਬਣਾਈਆਂ ਜਦੋਂ ਅਸੀਂ ਆਪ ਕਰਦੇ ਆ, ਜਦ ਕਹੀਏ ਅਸੀਂ ਆਪ ਕਰੀਆਂ, ਅਸੀਂ ਗਰੀਬ ਬੰਦੇ ਆ, ਸਾਡੇ ਕੋਲ ਬੋਤਲ ਜੋਗੇ ਪੈਸੇ ਹੈ ਨਹੀਂ ਵੀ ਉਹਨੂੰ ਸ਼ਰਾਬ ਪਿਲਾ ਕੇ ਅਸੀਂ ਨਾਲੀਆਂ ਕਢਾਈਏ। ਬਸ ਇੰਨੀ ਸਾਡੀ ਗੱਲ ਆ। ਉਹ ਕਹਿੰਦੇ ਅਸੀਂ ਰੋਜ਼ ਸਫਾਈ ਕਰਦੇ ਆ। ਕਦੀ ਵੀ ਨਹੀਂ ਮੇਰੇ ਮੂੰਹ ਤੇ ਲਿਆਓ। ਮੈਂ ਹੁਣ ਪੁੱਛਦੀ ਉਹਨਾਂ ਨੂੰ, ਸਾਨੂੰ ਤਾਂ ਫੋੜੀ ਵੀ ਨਾ ਦਿੰਦੇ ਉਹ ਕੱਢਣ ਨੂੰ, ਕਹਿੰਦੇ ਤੋੜਨੀ ਆ, ਉਹ ਸੁੱਕ ਜੋ ਜਿਹੀ। ਮੋਰਿਆਂ ਵੀ ਦੇਖੋ, ਮੋਰਿਆਂ ਵੀ ਜਾ ਕੇ ਉਹ ਕੋਠੀ ਦੀ ਮਾਂ ਕੋਲੋਂ ਦੇਖੋ ਨਾਲੀ। ਕਿੰਨਾ ਚਿਰ ਹੋ ਗਿਆ ਜੀ ਸਫਾਈ ਕੀਤੀ ਨੂੰ ਇੱਥੇ? ਮੇਰਾ ਖਿਆਲ 2-2.5 ਸਾਲ ਹੋ ਗਏ ਹੁਣ। ਜੇ ਕਦੇ ਆਪ ਕਢਾਈ ਦੀ ਹੈ, ਜੇ ਕਦੇ 150 ਰੁਪਇਆ ਦੇ ਕੇ, ਉਹ ਵੀ ਕਿਸੇ ਹੋਰ ਬੰਦੇ ਤੇ ਮੋਰ ਨਹੀਂ ਲਾਈ ਹੈਗੀ, ਫੇਰ ਹੀ ਨਹੀਂ ਪਾਂਡਾ ਤਾਂ ਉਹਨਾਂ ਨੇ ਮੋਰ ਲਾਈ ਤਾਂ ਦੂਏ ਪੈਂਚਾਂ ਤੇ ਦੋਵੇਂ ਚਲਵਾਈ ਨੰਬਰਦਾਰ ਤੇ ਲੜਕੀ ਦੇ ਜਸ ਲੜਕੀ ਦੇ ਵਿਆਹ ਸੀਗਾ, ਉਹ ਤੇ ਕਾਰਡ ਕਾਰਡ ਤੇ ਮੁੱਢ ਲਾਈ ਉਹਨੇ, ਨਹੀਂ ਲਾਈ ਜਵਾਬ ਦਿੱਤਾ ਮੈਂ ਕਹਿੰਦਾ ਅਜੇ ਆਈ ਇਹਨੇ ਪਿੰਡ ਝਿੰਗੜਾ ਦੇ ਉਹ ਸਫਾਈ ਕਰਮਚਾਰੀ ਜਿਨ੍ਹਾਂ ਨੂੰ ਲੈ ਕੇ ਪਿੰਡ ਦੀ ਸਿਆਸਤ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਕਹਿੰਦੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ, ਦੂਜੇ ਕਹਿੰਦੇ ਅਸੀਂ ਇਹਨਾਂ ਨੂੰ ਪੈਸੇ ਦੇਣੇ ਆ। ਆਪਾਂ ਗੱਲ ਕਰਦੇ ਹਾਂ ਨਾ ਸਫਾਈ ਸੇਵਕਾਂ ਦੇ ਨਾਲ, ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਅਸੀਂ 20,000 ਰੁਪਈਆ ਦੇ ਦਿੰਨੇ ਆ ਕਿ ਤੁਸੀਂ ਪਿੰਡ ਦਾ ਕੰਮ ਸ਼ੁਰੂ ਕਰੋ? ਹਾਂਜੀ ਕਿਹਾ ਸੀਗਾ ਜੀ। ਉਹ ਕਹਿੰਦੇ ਜੀ ਤੂੰ ਸਰਪੰਚ ਨਾਲ ਖਿਲਾਫ ਬੋਲ ਲੈ ਔਰ ਅਸੀਂ ਤੈਨੂੰ 10-20 ਰੁਪਏ ਇਕੱਠੇ ਆਪਣੇ ਕੋਲ ਕਰਕੇ ਦੇ ਦਿੰਨੇ, ਤੂੰ ਸਾਈਨ ਕਰਕੇ ਮੀਡੀਆ ਵਾਲਿਆਂ ਦੇ ਕੋਲ ਦੇ ਦੇ। और बाद से ਅਸੀਂ ਕੱਟ ਵੀ ਲਿਆਵਾਂਗੇ ਜੀ, ਜਦ ਤੁਹਾਡੀ ਤਨਖਾਹ ਮਿਲੂਗੀ ਬਾਅਦ ਚ ਅਸੀਂ ਕੱਟ ਲਿਆਵਾਂਗੇ। ਇਹਨੇ ਤੁਸੀਂ ਆਪਣਾ ਖਰਚਾ ਪਾਣੀ ਤੋਰੋ, 10-10 ਰੁਪਏ ਤੁਸੀਂ ਦੋਨੇ ਲੈ ਲਿਓ ਔਰ ਜਿੱਦਾਂ ਅਸੀਂ ਕਹੀਏ ਉੱਦਾਂ ਤੁਸੀਂ ਮੀਡੀਆ ਦੇ ਮੂਹਰੇ ਕਹਿ ਦੇ। ਅਸੀਂ ਤਾਂ ਉਹਨਾਂ ਨੇ ਇਹ ਕਿਹਾ ਜੀ, ਮੈਂ ਕਿ ਦੇਣੇ ਤਾਂ ਪੂਰੇ ਦਿਓ, ਅਸੀਂ ਕੀ ਕਰਨੇ 10-10 ਰੁਪਏ ਲੈ ਕੇ। ਉਹ ਸਰਪੰਚ ਦੇ ਮੈਂ ਕਿ ਸਾਡੇ ਕੋਲ ਤਾਂ 20-25 ਹਜ਼ਾਰ ਰੁਪਏ ਤਾਂ ਉਹਦੇ ਹੋਏ ਹੋ, ਉਹਨੇ ਖਰਚਾ ਚਲਾਇਆ ਸਾਡਾ ਤਾਂ ਪੂਰੇ 1.5 ਸਾਲ ਤੋਂ ਉਹਦੇ ਪੈਸਿਆਂ ਤੋਂ ਖਰਚਾ ਚੱਲਦੇ ਰਿਹਾ, ਉਹਦੇ ਪੈਸਿਆਂ ਤੋਂ ਅਸੀਂ ਆਏ ਇੱਥੇ ਤੱਕ। ਹੁਣ ਨਹੀਂ, ਜੇ ਉਹ ਪੈਸੇ ਤੁਹਾਨੂੰ ਪੂਰੇ ਦੇ ਦਿੰਦੇ ਫਿਰ ਤੁਸੀਂ ਮੀਡੀਆ 'ਚ ਸਰਪੰਚ ਦੇ ਖਿਲਾਫ ਬੋਲਦੇ? ਨਹੀਂ ਜੀ, ਇੱਦਾਂ ਕਿੱਦਾਂ, ਜਦੋਂ ਸਾਨੂੰ ਤਨਖਾਹ ਪੂਰੀ ਮਿਲ ਜਾਊਗੀ ਤਾਂ ਜਿਹੜੀ ਗੱਲ ਹੈ ਜੀ ਉਹ ਤਾਂ ਅਸੀਂ ਕਹਿਣੀ ਪੈਣੀ ਹੈ ਜੀ। ਅਸੀਂ ਤਾਂ ਸਰਪੰਚ ਤੋਂ ਜਦੋਂ ਦਾ ਹੀ ਵਿਚਾਰਾ ਤਿਆਰ ਹੈ ਤਨਖਾਹ ਦੇਣੇ 'ਚ, ਅਸੀਂ ਫਿਰ ਕਿੱਦਾਂ ਬੋਲ ਦੇਵਾਂਗੇ ਸਰਪੰਚ ਦੇ ਮੂਹਰੇ? ਸਰਪੰਚ ਤਾਂ ਸਾਡੀ ਰਿਆਸਤ ਕਰਦਾ ਹੈ, ਸਰਪੰਚ ਨੂੰ ਅਸੀਂ ਇੱਦਾਂ ਕਿੱਦਾਂ ਕਹਦੇ? ਇਹਨੇ ਨਗਰ ਦੇ ਉਹ ਸਫਾਈ ਸੈਨਿਕ ਜਿਨ੍ਹਾਂ ਨੇ ਆਪਣੇ ਨਾਲ ਹੋਈ ਗੱਲਬਾਤ ਇਸ ਮੀਡੀਆ ਦੇ ਰਾਹੀਂ ਬਿਆਨ ਕੀਤੀ। ਆਪਾਂ ਬੈਠੇ ਹਾਂ ਸਰਪੰਚ ਰਣਜੀਤ ਸਿੰਘ ਝਿੰਗੜ ਉਹਨਾਂ ਦੇ ਘਰ, ਜਿਨ੍ਹਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਇਹ ਸਰਪੰਚ ਸਨ ਸਾਡੇ ਕੁਝ ਪੈਸੇ ਰਹਿੰਦੇ ਆ। ਆਪਾਂ ਪੁੱਛਦੇ ਹਾਂ ਸਰਪੰਚ ਸਾਹਿਬ ਨੂੰ, ਉਹ ਪੈਸੇ ਕਦੋਂ ਦੇ ਰਹਿੰਦੇ ਆ ਜਾਂ ਉਹਨਾਂ ਨੂੰ ਕਿੰਨੇ ਕੁ ਦਿੱਤੇ ਗਏ? ਸਰਪੰਚ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਰਣਜੀਤ ਸਿੰਘ ਝਿੰਗੜ, ਸਾਬਕਾ ਸਰਪੰਚ ਗ੍ਰਾਮ ਪੰਚਾਇਤ ਝਿੰਗੜਾ। 2 ਟਰਮਾਂ ਮੈਂ ਸਰਪੰਚ ਰਿਹਾ। 2003 ਦੇ ਵਿੱਚ ਮੈਂ ਸਰਪੰਚ ਬਣਿਆ ਸੀ। 2003 ਦੇ ਵਿੱਚ ਜਿਹੜਾ ਸਾਡਾ ਸਟੇਡੀਅਮ ਦਾ ਕੰਮ ਚੱਲਦਾ ਸੀਗਾ, ਹੋਰ ਵੀ ਅਸੀਂ ਕਾਫੀ ਕੰਮ ਜਿਹੜੇ ਚਲਾਏ ਹੋ ਸੀਗੇ। ਸਟੇਡੀਅਮ ਵਾਲੇ ਕੰਮ ਦੇ ਵਿੱਚ ਅੱਜ ਇੱਕ ਮੈਸਰੀ ਕਹਿ ਰਿਹਾ ਵੀ ਮੇਰੇ ਪੈਸੇ ਰਹਿੰਦੇ ਆ 1.25 ਲੱਖ ਰੁਪਈਆ, ਤੇ ਜਿੱਦਣ ਬੈਂਕ ਦੀ ਪੰਚਾਇਤ ਦੀ ਬੋਲੀ ਸੀ ਉਦੋਂ 2.5 ਲੱਖ ਰੁਪਈਏ ਦਾ ਸੀਗਾ ਆਵਾਜ਼ ਵੀ ਮੇਰਾ 2.5 ਲੱਖ ਰਹਿੰਦਾ, ਅੱਜ 1.25 ਲੱਖ ਤੇ ਆ ਗਿਆ। ਜੇ 2003 ਦੇ ਵਿੱਚ ਮੈਂ ਸਰਪੰਚ ਦਾ ਹਿਸਾਬ ਕਿਤਾਬ ਕੀਤੇ, ਉਹਦੇ ਜੂਸੀ ਹੋਈ, ਉਹਦਾ ਸਾਰਾ ਆਡਿਟ ਹੋਏ, ਸਾਰੇ ਹੋਏ। ਮੇਰੇ ਤੋਂ ਬਾਅਦ ਸਰਪੰਚ ਆ ਗਈ ਸਿਮਰਨ ਕੌਰ 8 ਦੇ ਵਿੱਚ। ਜੇ ਮੈਂ ਨਹੀਂ ਸੀ ਦਿੱਤੇ ਤਾਂ ਦੂਜੇ ਸਰਪੰਚ ਦਾ ਲੈਣ ਦੇਣ ਦੂਜੇ ਸਰਪੰਚ ਨੇ ਕਰਨਾ ਹੁੰਦਾ। ਸਰਪੰਚ ਨੇ ਜੇ ਕੋਈ ਬਦਲ ਗਿਆ ਜਾਂ ਚਲ ਗਿਆ, ਉਹਨੇ ਕਿਤੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਨਹੀਂ ਪੈਸਾ ਕਿਸੇ ਨੂੰ ਦੇਣਾ। ਪੈਸਾ ਜੇ ਕਿਸੇ ਪੰਚਾਇਤ ਦਾ ਰਹਿ ਗਿਆ, ਅਗਲੀ ਸਰਪੰਚ ਪੰਚਾਇਤ ਅਗਲੀ ਸਮਝਦੀ ਆ, ਪਰ ਜਦੋਂ ਕਿਸੇ ਦਾ ਪੈਸਾ ਰਿਹਾ ਹੀ ਨਹੀਂ, ਅਸੀਂ ਵੀ ਉਹਨਾਂ ਨੂੰ ਕਿੱਦਾਂ ਕਹਿ ਕੇ ਜਾਂਦੇ। 2008 ਦੇ ਵਿੱਚ ਮੈਂ ਫੇਰ ਮੈਂਬਰ ਪੰਚਾਇਤ ਨਾਲ ਬਣਿਆ। ਮੈਂਬਰ ਪੰਚਾਇਤ ਬਣ ਕੇ ਸਿਮਰਨ ਕੌਰ ਦੀ ਜਿਹੜੀ ਪੰਚਾਇਤ ਹੈ 13 ਤੱਕ ਰਹੀ। ਕਦੇ ਵੀ ਪੈਸੇ ਦਾ ਜ਼ਿਕਰ ਨਹੀਂ ਕੀਤਾ ਗਿਆ ਸਾਡਾ ਪੈਸਾ ਰਹਿੰਦਾ, ਸਾਨੂੰ ਪੈਸੇ ਚਾਹੀਦੇ ਆ ਜੀ, ਸਾਡਾ ਕੋਲ ਰਹਿ ਗਿਆ।
ਕਿਉਂਕਿ ਸਾਰੇ ਹਿਸਾਬ ਕਿਤਾਬ ਕਰਕੇ ਸਾਰਾ ਕੁਝ ਦੇ ਕੇ ਉਹ ਨਿਬੇੜ ਚੁੱਕੇ ਸੀ ਅਸੀਂ ਸਾਰਾ ਕੁਝ ਹੀ। ਉਦੋਂ ਬਾਅਦ 8 ਦੇ ਵਿੱਚ 13 ਦੇ ਵਿੱਚ ਫੇਰ ਮੈਂ ਸਰਪੰਚ ਬਣਿਆ, 13 ਤੋਂ ਲੈ ਕੇ ਫੇਰ ਜਦ ਚੱਲਦੇ ਆਏ ਆ। 13 ਦੇ ਵਿੱਚ ਜਿਹੜੀ ਹੁਣ ਆ ਕੇ ਧਰਮਸ਼ਾਲਾ ਇੱਕ ਬਣਦੀ ਸੀ ਜੋ ਹੈਗੀ ਆ ਕਲੋਨੀਆਂ ਵਿਖੇ, ਉਹਦੇ ਵਿੱਚ ਅਮਰੀਕ ਸਿੰਘ ਦਾ ਕੁਝ ਜਿਹੜੀਆਂ ਰੇਤੇ ਦੇ ਜਾਂ ਦੂਜੇ ਦੇ ਪੈਸੇ ਰਹਿੰਦੇ ਆ, ਉਹ ਪੈਸੇ ਇਹਨਾਂ ਦੇ ਦੇਣ ਵਾਲੇ ਸੀਗੇ। ਮੈਂ ਇਹਨਾਂ ਨੂੰ ਦੱਸਿਆ ਵੀ ਹੁਣ ਪੰਚਾਇਤ ਜਿਹੜੀ ਆ, ਕੁਝ ਕਾਂਗਰਸ ਦੇ ਜਿਹੜੇ ਮੈਂਬਰ ਬਣ ਗਏ ਆ, ਕੁਝ ਅਕਾਲੀ ਦਲ ਦੇ ਆ, ਉਹ ਹੁਣ ਇੰਨੀ ਵਿਰੋਧਤਾ ਕਰਦੇ ਆ ਵੀ ਜਿਹੜਾ ਪੈਸਾ ਅਸੀਂ ਤਾਂ ਦੇਣਾ ਹੀ ਨਹੀਂ। ਜੇ ਹੁਣ ਪਿਛਲਾ ਪੈਸਾ ਰਹਿੰਦਾ ਦੂਜੀ ਪੰਚਾਇਤ ਨੇ ਸਮਝਣਾ ਪੰਚਾਇਤੀ ਫੰਡ ਪਿਆ। 36 ਏਕੜ ਸਾਡੇ ਜਿਹੜੇ ਆ ਹਾਲੇ ਦੇ ਖੇਤ ਜਿਹੜੇ ਚੜ੍ਹਦੇ ਆ, ਉਹਦੀ ਜਿਹੜੀ ਪੰਚਾਇਤ ਦੀ ਆਪਣੀ ਇਨਕਮ ਸਾਡੀ ਹੁੰਦੀ ਆ। ਪੰਚਾਇਤ ਮਤਾ ਪਾ ਕੇ ਜੇ ਕਿਸੇ ਦਾ ਪੈਸਾ ਰਹਿੰਦਾ ਉਹਨੂੰ ਅਗਲੀ ਪੰਚਾਇਤ ਦੇ ਸਕਦੀ ਆ। ਜੇ ਤਾਂ ਮੈਂ ਇਨਕਾਰੀ ਹੋਵਾਂ ਤੇ ਮੈਂ ਨਹੀਂ ਦਿੱਤੇ, ਜੇ ਸਾਡੇ ਕੋਲ ਉਸ ਸਮੇਂ ਕੋਈ ਪੈਸਾ ਨਹੀਂ ਸੀ ਲੱਗਾ ਤੇ ਦੂਜੀ ਪੰਚਾਇਤ ਜਿਹੜੀ ਆ ਉਹ ਦੇ ਸਕਦੀ ਆ ਇਹਨਾਂ ਨੂੰ, ਉਹਦੇ 'ਚ ਕੋਈ ਦੂਜਾ ਨਹੀਂ ਹੈਗਾ। ਅਮਰੀਕ ਸਿੰਘ ਦੇ ਕੁਝ ਪੈਸੇ ਰਹਿੰਦੇ ਸੀਗੇ ਜਿਹੜੇ ਆ, ਜਿਹੜੀ ਇਹ ਗੱਲ ਕਰ ਰਿਹਾ ਆਪਣਾ ਕ੍ਰਿਸ਼ਨ ਕੁਮਾਰ ਜੀ, ਕੋਈ ਪੈਸਾ ਨਹੀਂ ਰਹਿੰਦਾ। ਹੁਣ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਕਿੰਨੇ ਕੁ ਲੇਬਰ ਵਾਲੇ ਇਹਨਾਂ ਮਿਸਤਰੀਆਂ ਤੋਂ ਦੁਖੀ ਹੋ ਕੇ ਆਪਣੇ ਦੇਸ਼ਾਂ ਨੂੰ ਚੱਲ ਗਏ ਪੈਸੇ ਛੱਡ ਕੇ, ਜਿਨ੍ਹਾਂ ਦੇ ਇਹਨਾਂ ਨੇ ਦੇਣੇ ਆ। ਅਸੀਂ ਨਹੀਂ ਇਸ ਗੱਲ ਨਾਲ ਕੋਈ ਸਹਿਮਤ ਹੈ। ਕੋਈ ਵੀ ਪੈਸਾ 2006 ਤੋਂ ਲੈ ਕੇ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਵੀ ਮੇਰਾ ਪੈਸਾ ਆ, ਤੇ ਇੰਨਾ ਪੈਸਾ ਕੋਈ ਇੰਨਾ ਬਖਤਾਵਰ ਨਹੀਂ ਜਿਹੜਾ ਐਡੇ ਬਹੁਤ ਤਕੜੇ ਲਾਟੀਆਂ ਅਸੀਂ ਪੈਸਾ ਛੱਡ ਦਿੱਤਾ। ਪੈਸਾ ਕੋਈ ਨਹੀਂ ਛੱਡਦਾ, ਪੈਸਾ ਹਰੇਕ ਨੂੰ ਨਾਲ ਦੀ ਨਾਲ ਦਿੰਦੇ ਰਹੇ ਆ। ਥੋੜਾ ਬਹੁਤਾ ਪੈਸਾ ਜਿਹੜਾ ਕੋ ਹੋਊਗਾ ਦੂਜੀ ਪੰਚਾਇਤ ਨੂੰ ਦੇਣ ਦਾ ਹੱਕ ਬਣਦਾ, ਉਹ ਪੰਚਾਇਤ ਦੇਵੇ। ਅਮਰੀਕ ਸਿੰਘ ਦਾ ਰਹਿੰਦਾ, ਅਮਰੀਕ ਸਿੰਘ ਨੂੰ ਮਤਾ ਪਾ ਕੇ ਜਿਹੜੀ ਪੰਚਾਇਤ ਦੂਜੀ ਪੈਸੇ ਦੇ ਦੇਵੇ, ਸਾਨੂੰ ਕੋਈ ਇਨਕਾਰੀ ਨਹੀਂ। ਮੈਂ ਇੱਕ ਇਹ ਵੀ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ, ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਆ 13 ਤੋਂ ਲੈ ਕੇ 18 ਤੱਕ ਸਮਾਂ ਜਿਹੜੀ ਮੈਂ ਸਰਪੰਚ ਦੁਬਾਰਾ ਬਣਿਆ, 18 ਲੱਖ ਰੁਪਈਆ ਜਿਹੜਾ ਆ ਦੂਸਰੀ ਪੰਚਾਇਤ ਨੂੰ ਅਸੀਂ ਛੱਡ ਕੇ ਗਏ ਆ। ਉਹਦੇ ਵਿੱਚੇ ਸਾਡੀ ਗਰੰਟਾਂ ਆਈਆਂ ਸੀਗੀਆਂ ਜੋ ਸਰਕਾਰ ਵੱਲੋਂ, ਵਿੱਚੇ ਸਾਡਾ ਜਿਹੜਾ ਆਪਣਾ ਜਿਹੜਾ ਜ਼ਮੀਨ ਦਾ ਪੈਸਾ ਸਾਨੂੰ ਹਾਲਾ ਆਉਂਦਾ ਉਹ ਵਿੱਚੇ ਪੈਸੇ ਆ ਕਿ ਇਹ ਨਹੀਂ ਵੀ ਕੋਈ ਖਾਤਾ ਖਾਲੀ ਕਰਕੇ ਗਏ ਆ ਜਾਂ ਪੈਸੇ ਦਿੱਤੇ ਨਹੀਂ। 18 ਲੱਖ ਰੁਪਈਏ ਦਾ ਬੈਲੈਂਸ ਜਿਹੜਾ ਆ ਜਿਹੜੀ ਆਉਣ ਵਾਲੀ ਪੰਚਾਇਤ ਹੁਣ ਬਣੀ ਆ, ਇਹ 18 ਦੇ ਵਿੱਚ ਇਹਨਾਂ ਨੂੰ ਅਸੀਂ ਪੈਸਾ ਛੱਡ ਕੇ ਗਏ ਆ। ਪਰ ਜੇ ਹੁਣ ਆਪਣੀਆਂ ਤੁਸੀਂ ਅੜਕੇ ਢਿੱਡਕਿਆਂ ਦੇ ਨਾਲ ਕਿਸੇ ਗਰੀਬ ਦਾ ਗਲ ਘੁੱਟਣਾ, ਉਹ ਵੀ ਸਾਰਿਆਂ ਦੀ ਸਾਡੀ ਨਲਾਇਕੀ ਹੋਊਗੀ। ਆਪਾਂ ਸਾਰਿਆਂ ਨੂੰ ਚਾਹੀਦਾ ਜੋ ਇਹ ਤਰ੍ਹਾਂ ਹੋਵੇ ਦੂਜੀ ਪੰਚਾਇਤ ਇੱਕ ਦੂਜੀ ਦੇਣਦਾਰੀ ਕਰ ਸਕਦੀ ਆ, ਉਹਦੇ 'ਚ ਕੋਈ ਦੂਜਾ ਨਹੀਂ ਹੈ। ਜੇ ਜਿਹੜੀ ਪਿਛਲੀਆਂ ਗੱਲਾਂ ਆਪਾਂ ਕਰ ਚੁੱਕੇ ਆ, ਬੇਫਾਇਦਾ ਕਿਸੇ ਨੇ ਕੋਈ ਕਹੇ ਤੇ ਦੋਸ਼ ਅੱਜ ਵਿਰੋਧਤਾ 'ਚ ਹੋ ਗਏ ਤਾਂ ਦੋਸ਼ ਲਾਉਣ ਜਾਂ ਨਾਲ ਰਹੇ, ਕਿਸੇ ਨੇ ਅੱਗੇ ਗੱਲ ਨਹੀਂ ਕੀਤੀ। ਸਨ 6 ਤੋਂ ਬਾਅਦ ਤੁਸੀਂ ਦੇਖ ਲਓ ਆ ਕੇ 14 ਸਾਲ ਦਾ ਸਮਾਂ ਬੀਤ ਗਿਆ। 14 ਸਾਲ ਕੌਣ ਪੈਸਾ ਛੱਡ ਕੇ ਕੋਈ ਗੱਲ ਕਰਦਾ? ਕਿਸੇ ਦਾ ਕੋਈ ਪੈਸਾ ਨਹੀਂ ਹੈ। ਜਿਹੜੇ ਪੈਸੇ ਕਿ ਮੈਂ ਤੁਹਾਡੇ ਨੌਲੇਜ ਵਿੱਚ ਲਿਆਤੇ ਆ, ਪੰਚਾਇਤ ਮਤਾ ਪਾਵੇ ਆਪਣੇ ਦੇ ਦੇਵੇ, ਮੈਨੂੰ ਕੋਈ ਇਤਰਾਜ਼ ਨਹੀਂ। ਨਾ ਸਰਪੰਚ ਮੌਕੇ ਦੇ ਨੂੰ ਇਤਰਾਜ਼ ਆ, ਪੰਚਾਂ ਨੂੰ ਸਹਿਮਤ ਹੋਣਾ ਚਾਹੀਦਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਰਣਜੀਤ ਸਿੰਘ ਝਿੰਗੜ ਉਹਨਾਂ ਦਾ, ਜਿਨ੍ਹਾਂ ਨੇ ਦੱਸਿਆ ਕਿ ਜੇ ਇੱਕ ਪੰਚਾਇਤ ਦੀ ਟਰਮ ਖਤਮ ਹੋ ਜਾਂਦੀ ਹੈ ਤੇ ਉਹਦੀਆਂ ਜਿਹੜੀਆਂ ਦੇਣਦਾਰੀਆਂ ਹੁੰਦੀਆਂ ਉਹ ਦੂਸਰੀ ਪੰਚਾਇਤ ਜ਼ਰੂਰ ਦਿੰਦੀ ਹੈ। ਲੇਕਿਨ 2003 ਦੇ ਵਿੱਚ ਜਦੋਂ ਇਹ ਸਰਪੰਚ ਬਣੇ ਸਨ, ਇਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਕੋਈ ਵੀ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ। ਇੱਕ ਅਮਰੀਕ ਸਿੰਘ ਦੇ ਜਿਹੜੇ ਥੋੜ੍ਹੇ ਪੈਸੇ ਰਹਿੰਦੇ ਆ ਉਹ ਜਿਹੜੀ ਇਸ ਸਮੇਂ ਦੇ ਆ, ਇਸ ਪੰਚਾਇਤ ਦੇ ਆ, ਉਹ ਪੰਚਾਇਤ ਜ਼ਰੂਰ ਦੇਵੇਗੀ। ਪਿੰਡ ਝਿੰਗੜਾਂ ਦੇ ਮੌਜੂਦਾ ਸਰਪੰਚ ਨੌਜਵਾਨ ਜਗਵਿੰਦਰ ਸਿੰਘ, ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਉਹ ਆਪਣੇ ਧੌਂਸ ਦੇ ਨਾਲ ਹੀ ਕੰਮ ਕਰਵਾਉਣਾ ਚਾਹੁੰਦੇ ਨੇ ਮੈਂਬਰ ਪੰਚਾਇਤਾਂ ਦੇ ਉੱਤੋਂ, ਤੇ ਜਿਹੜੇ ਕੰਮ ਪੰਚ ਕਹਿੰਦੇ ਉਹ ਨਹੀਂ ਕਰਦੇ, ਸਰਪੰਚ ਜਿਹੜਾ ਕਹਿੰਦਾ ਉਹ ਕੰਮ ਕਰਦੇ। ਆਪਾਂ ਜਾਣਕਾਰੀ ਲੈਂਦੇ ਹਾਂ ਸਰਪੰਚ ਜਗਵਿੰਦਰ ਤੋਂ ਕਿ ਇੱਕ ਤਾਂ ਕੋਈ ਪੱਕੇ ਮੁਹੱਲੇ ਵਾਲੇ ਰਸਤਾ ਆ ਜਿਹੜਾ ਉਹਦੇ ਵਾਸਤੇ, ਤੇ ਜਿਹੜਾ ਉਹਦੇ ਨਾਲ ਹੀ ਇੱਕ ਨਾਲਾ ਜਾਂਦਾ, ਉਹਦੇ ਸੰਬੰਧੀ ਪਹਿਲਾਂ ਪਿੰਡਾਂ ਤੋਂ ਜਾਣਕਾਰੀ ਲੈਣੇ। ਕੀ ਕਹਿੰਦੇ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਹੜਾ ਇਹਨਾਂ ਨੇ ਮੇਰੇ ਖਿਲਾਫ ਦੋਸ਼ ਲਾਇਆ ਕਿ ਜਿਹੜਾ ਪੱਕੇ ਮਹੱਲੇ ਦਾ ਨਾਲਾ ਜਾਂਦਾ ਉਹਦਾ ਇਹ ਕੰਮ ਨਹੀਂ ਕਰਵਾ ਰਿਹਾ, ਮੈਂ ਤੁਹਾਨੂੰ ਇੱਥੇ ਦਿਖਾਉਣਾ ਚਾਹੁੰਦਾ, ਕੈਮਰਾਮੈਨ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਮਤਾ ਪਿਆ ਹੋਇਆ ਤੇ ਥੋੜਾ ਜ਼ੂਮ ਕਰਕੇ ਦਿਖਾ ਲੈਣ। ਇਸ ਮਤੇ ਦੇ ਉੱਤੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਕਿ ਇਹ ਜਿਹੜਾ ਨਾਲਾ ਆ ਪਾਈਪਲਾਈਨ ਦਾ ਪਾਇਆ ਜਾਣਾ। ਸਾਡੀ ਪਹਿਲਾਂ ਸਾਰੇ ਪੰਚਾਂ ਦੀ ਤੇ ਮੇਰੀ ਵੀ ਇਹ ਸਲਾਹ ਸੀਗੀ ਵੀ ਆਪਾਂ ਜਿਹੜੇ ਆ ਨਾਲੇ ਦੇ ਵਿੱਚ ਪਾਈਪਲਾਈਨ ਪਾਈ ਜਾਵੇ, ਕਿਉਂਕਿ ਜਿਹੜਾ ਨਾਲਾ ਆ ਜਦੋਂ ਟਰਾਲੀਆਂ ਜਾਂ ਟਰੈਕਟਰ ਭਾਰੇ ਆਉਂਦੇ ਆ ਉਹ ਨਾਲਾ ਟਾਈਟ ਹੋ ਜਾਂਦਾ ਤੇ ਉਹ ਨਾਲਾ ਜਿਹੜਾ ਬਲੌਕ ਹੋ ਜਾਂਦਾ, ਉਹਦੀ ਇਹ ਸਮੱਸਿਆ ਆਉਂਦੀ ਸੀ। ਅਸੀਂ ਫਿਰ ਇੱਕ ਨਾ ਪਾਈਪਾਂ ਵਾਲਾ ਮਤਾ ਪਾਤਾ ਜੀ ਕਿ ਪੱਕੇ ਮਹੱਲੇ ਤੋਂ ਡਰੇਨ ਤੱਕ ਜਿਹੜੇ ਆ ਉਹ ਪਾਈਪ ਆਪਾਂ ਪਾ ਦਿੰਦੇ ਆ। ਉਸ ਦੇ ਲਈ ਉਹ ਜਿਹੜਾ ਮਤਾ ਆ ਮੈਂ ਫਿਰ ਇੱਥੇ ਵੀਡੀਓ ਸਾਹਿਬ ਨੂੰ ਵੀ ਭੇਜਿਆ ਤੇ ਜੇਈ ਸਾਹਿਬ ਨੂੰ ਭੇਜਿਆ। ਉਸ ਤੋਂ ਬਾਅਦ ਜਿੱਦਾਂ ਇਹ ਇਦਾਂ ਹੁੰਦਾ ਵੀ ਜੇਕਰ ਕੋਈ ਮਟੀਰੀਅਲ ਹੁੰਦਾ 2 ਲੱਖ ਤੱਕ ਆ, ਉਹਦਾ ਜਿਹੜਾ ਪਾਸ ਕਰਨ ਦਾ ਹੁੰਦਾ ਨਾਲੇ ਦਾ, ਉਹ ਜੇਈ ਸਾਹਿਬ ਦੀ ਡਿਊਟੀ ਹੁੰਦੀ ਆ। ਜੇਕਰ 2 ਲੱਖ ਤੋਂ ਉੱਤੇ ਆਪਣਾ ਐਸਟੀਮੇਟ ਬਣਦਾ ਆ, ਉਹਦੀ ਜਿਹੜੀ ਡਿਊਟੀ ਐਸਡੀਓ ਸਾਹਿਬ ਨਵਾਂ ਸ਼ਹਿਰ ਦੀ ਹੁੰਦੀ ਆ ਜੀ। ਉਸ ਟਾਈਮ ਕੀ ਹੋਇਆ, ਸਾਡਾ ਇਹ ਜਿਹੜਾ ਤਕਰੀਬਨ ਬਣਿਆ ਸੀਗਾ 3 ਲੱਖ ਸਮਥਿੰਗ ਦਾ ਕੁਛ ਜਿਹੜਾ ਐਸਟੀਮੇਟ ਬਣਾਇਆ ਸੀਗਾ ਜੇਈ ਸਾਹਿਬ ਨੇ, ਉਹ ਫਿਰ ਜਿਹੜਾ ਮਤਾ ਸਾਡਾ ਐਸਡੀਓ ਸਾਹਿਬ ਦੇ ਕੋਲ ਗਿਆ, ਉਹਨੂੰ ਪਿੰਡ ਵੀ ਆ ਕੇ ਗਏ ਆ। ਉਹਨੇ ਜਦੋਂ ਪਿੰਡ ਆ ਕੇ ਦੇਖਿਆ
ਸਾਡੇ ਪਿੰਡ ਕੋਈ ਵੀ ਇੱਕ ਵੀ ਛੱਪੜ ਨਹੀਂ ਹੈਗਾ। ਸਾਰਾ ਜਿਹੜਾ ਸਾਡਾ ਪਾਣੀ ਆ ਉਹ ਡਰੇਨ ਸਿਸਟਮ ਆ, ਡਰੇਨਾਂ ਦੇ ਵਿੱਚ ਹੀ ਜਾ ਰਿਹਾ। ਜਿਹੜਾ ਪੱਕੇ ਮਹੱਲੇ ਦਾ ਨਾਲਾ ਪਾਈਪਲਾਈਨ ਪੈਣੀ ਸੀ, ਉਹ ਪਾਈਪਲਾਈਨ ਪੱਕੇ ਮਹੱਲੇ ਤੋਂ ਪੈ ਕੇ ਸਿੱਧੀ ਜਾ ਕੇ ਡਰੇਨ ਦੇ ਵਿੱਚ ਡ੍ਰੌਪ ਹੋਣੀ ਸੀ, ਜਿਹਦੇ ਕਰਕੇ ਦਿੱਕਤ ਖੜ ਗਈ। ਸਾਨੂੰ ਐਸਡੀਓ ਸਾਹਿਬ ਨੇ ਵੀ ਦੱਸਿਆ ਕਿ ਸੁਪਰੀਮ ਕੋਰਟ ਦਾ ਇਹ ਲਾਅ ਬਣਿਆ ਹੋਇਆ ਕਿ ਤੁਸੀਂ ਜਿਹੜੀ ਪਾਈਪਲਾਈਨ ਆ ਕੋਈ ਵੀ ਗੰਦੇ ਪਾਣੀ ਦੀ ਆਪਣੇ ਡਰੇਨ ਦੇ ਵਿੱਚ ਨਹੀਂ ਪਾ ਸਕਦੇ। ਜਦ ਕਿ ਡਰੇਨ ਜਿਹੜੀਆਂ ਬਣੀਆਂ, ਡਰੇਨ ਸਿਸਟਮ ਸਿਰਫ ਮੀਂਹਾਂ ਦੇ ਪਾਣੀਆਂ ਲਈ ਬਣੀਆਂ। ਇਹ ਜਿਹੜੀ ਡਰੇਨ ਆ ਗਾਹਾਂ ਤਾਂ ਜਿਹੜੀ ਨਿਕਲ ਕੇ ਦਰਿਆਵਾਂ ਦੇ ਨਾਲ ਜੁੜਨੀਆਂ, ਹੱਲੇ ਤਾਂ ਸਾਡੀ ਅੱਧ ਤੱਕ ਜਿਹੜੀ ਡਰੇਨ ਨਿਕਲੀ ਹੋਈ ਆ, ਗਾਹਾਂ ਜਦੋਂ ਕੱਢਣੀ ਆ ਇਹ ਜਿਹੜੀ ਡਰੇਨ ਆ ਦਰਿਆਵਾਂ ਦੇ ਨਾਲ ਜੁੜਨੀ ਆ। ਜਦੋਂ ਆਪਾਂ ਗੰਦੇ ਨਾਲੇ ਦਾ ਪਾਣੀ ਪਾਈਪਾਂ ਰਾਹੀਂ ਡਰੇਨ ਦੇ ਵਿੱਚ ਪਾਵਾਂਗੇ ਤਾਂ ਇਹ ਜਿਹੜੀ ਡਰੇਨ ਆ, ਡਰੇਨ ਦਾ ਪਾਣੀ ਸਿੱਧਾ ਦਰਿਆਵਾਂ ਨਾਲ ਰਲ ਕੇ ਆਪਣੇ ਜਿਹੜੇ ਪੰਜਾਬ ਦੇ ਦਰਿਆ ਆ ਉਹ ਦੂਸ਼ਿਤ ਹੋਣਗੇ। ਤੇ ਇੱਕ ਹੋਰ ਗੱਲ ਇੱਥੇ ਹੋਰ ਕਰਨੀ ਚਾਹੁੰਦਾ, ਜਦੋਂ ਇਹ ਪਾਈਪਲਾਈਨ ਨਾਲੇ ਦੇ ਵਿੱਚ ਪੈਣੀ ਆ, ਜਿਹੜੇ ਪਿੱਛੇ ਘਰ ਨੇ ਛੋਟੀਆਂ ਜਿਹੜੀਆਂ ਨਾਲੀਆਂ ਨੇ, ਉਹਨਾਂ ਨੂੰ ਫਿਰ ਗਟਰ ਬਣਾਉਣ ਦੀ ਵੀ ਲੋੜ ਨਹੀਂ ਪੈਣੀ। ਉਹਨਾਂ ਨੇ ਜੇਕਰ ਛੋਟੀਆਂ ਨਾਲੀਆਂ ਵਿੱਚ ਵੀ ਪੈਪ ਪਾ ਲਿਆ ਤਾਂ ਜਿਹੜਾ ਗਟਰਾਂ ਦਾ ਪਾਣੀ ਵੀ ਆ ਉਹ ਵੀ ਸਿੱਧਾ ਡਰੇਨ ਦੇ ਵਿੱਚ ਜਿਹੜਾ ਡਿੱਗਣਾ ਆ। ਜਿਸ ਕਰਕੇ ਜਿਹੜੀ ਸਾਨੂੰ ਦਿੱਕਤ ਆਈ ਹੈ, ਐਸਡੀਓ ਸਾਹਿਬ ਨੇ ਸਾਨੂੰ ਆ ਕੇ ਕਹਿ ਦਿੱਤਾ ਕਿ ਇਹ ਤੁਹਾਡਾ ਮਤਾ ਪਾਸ ਨਹੀਂ ਹੋਣਾ। ਜੇਕਰ ਤੁਸੀਂ ਪਾਈਪਲਾਈਨ ਪਾਉਣੀ ਚਾਹੁੰਦੇ ਆ ਤਾਂ ਤੁਸੀਂ ਇੱਕ ਛੱਪੜ ਪੱਟ ਲਓ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਪਾਣੀ ਆਊਗਾ ਗੰਦਾ ਉਹ ਪਹਿਲਾਂ ਤਾਂ ਛੱਪੜ ਦੇ ਵਿੱਚ ਜਾਊਗਾ, ਛੱਪੜ ਤੋਂ ਭਾਵੇਂ ਓਵਰਫਲੋ ਹੋ ਕੇ ਡਰੇਨ ਦੇ ਵਿੱਚ ਜਾਈ ਜਾਵੇ, ਉਹਦੀ ਕੋਈ ਦਿੱਕਤ ਨਹੀਂ। ਮੈਂ ਇਹਦੇ ਬਾਰੇ ਵਿੱਚ ਪੰਚਾਂ ਦੇ ਨਾਲ ਗੱਲ ਕੀਤੀ, ਕ੍ਰਿਸ਼ਨ ਕੁਮਾਰ ਜੀ ਨੂੰ, ਨਿਰਮਲ ਸਿੰਘ ਨੂੰ ਤੇ ਨਿਰਮਲ ਰਾਮ ਨੂੰ ਉੱਥੇ ਮੈਂ ਬੁਲਾਇਆ। ਮੈਂ ਕਿਹਾ ਵੀ ਆਪਾਂ ਜਗ੍ਹਾ ਦੇਖ ਲਈਏ, ਸ਼ਮਸ਼ਾਨ ਘਾਟ ਦੇ ਪਿੱਛੇ ਆਪਾਂ ਛੋਟਾ ਜਿਹਾ ਛੱਪੜ ਪੱਟ ਲੈਂਦੇ ਜੇਕਰ ਆਪਾਂ ਕਹਿੰਦੇ ਆ ਵੀ ਆਪਾਂ ਪਾਈਪਲਾਈਨ ਪਾਉਣੀ ਆ। ਛੱਪੜ ਪੱਟ ਕੇ ਪਾਈਪਲਾਈਨ ਆਪਾਂ ਸਿੱਧੀ ਛੱਪੜ ਦੇ ਵਿੱਚ ਸਿੱਟਾਂਗੇ, ਭਾਵੇਂ ਆਪਾਂ ਨੂੰ ਛੋਟਾ ਜਿਹਾ ਛੱਪੜ ਪੱਟਣਾ ਪੈ ਜਾਵੇ। ਛੱਪੜ ਤੋਂ ਭਾਵੇਂ ਓਵਰਫਲੋ ਹੋ ਕੇ ਪਾਣੀ ਜਿਹੜਾ ਡਰੇਨ ਸਿਸਟਮ ਦੇ ਵਿੱਚ ਜਾਈ ਜਾਵੇ, ਉਹਦਾ ਕੋਈ ਦਿੱਕਤ ਨਹੀਂ। ਜੇਕਰ ਆਪਾਂ ਸਿੱਧੀ ਪਾਈਪਲਾਈਨ ਡਰੇਨ ਦੇ ਵਿੱਚ ਪਾਉਂਦੇ ਆ, ਉਹ ਸੁਪਰੀਮ ਕੋਰਟ ਵੱਲੋਂ ਵੀ ਲਾਅ ਬਣਿਆ ਵੀ ਆਪਾਂ ਨਹੀਂ ਪਾ ਸਕਦੇ। ਉਹ ਜਿਹੜਾ ਐਕਸ਼ਨ ਪੰਚਾਇਤ ਦੇ ਵੱਲ ਵੀ ਆਉਣਾ, ਸਰਪੰਚ ਵੱਲ ਵੀ ਆਉਣਾ, ਜਿਹਨੇ ਪਾਸ ਕੀਤੀ ਐਸਡੀਓ ਸਾਹਿਬ ਨੇ ਉਹਨਾਂ ਤੇ ਵੀ ਆਉਣਾ, ਜਿਸ ਕਰਕੇ ਸਾਡੀ ਜਿਹੜੀ ਸਰਪੰਚ ਨੂੰ ਜਾਂ ਪੰਚਾਇਤ ਨੂੰ ਵੀ ਜੁਰਮਾਨਾ ਹੋ ਜਾਣਾ ਸੀ। ਇਸ ਕਰਕੇ ਮੈਂ ਇਹ ਜਿਹੜਾ ਮਤਾ ਵੀ ਉਹਨਾਂ ਨੂੰ ਫਿਰ ਮੈਂ ਕਿਹਾ, ਮੈਂ ਕਿਹਾ ਜੇਕਰ ਆਪਾਂ ਪਾਈਪਲਾਈਨ ਨਹੀਂ ਪਾਉਣੀ ਤਾਂ ਆਪਾਂ ਜਿਹੜਾ ਨਾਲੇ ਦਾ ਮਤਾ ਪਾ ਲਈਏ। ਮੈਂ ਅੱਜ ਵੀ ਕਹਿੰਦਾ ਮੇਰੇ ਵੱਲੋਂ ਕੱਲ੍ਹ ਨੂੰ ਫੋਨ ਕਰਨ, ਆਮ ਇਜਲਾਸ ਰੱਖਣ, ਮੈਂ ਮੀਟਿੰਗ ਸੱਦਾਂ, ਉਹਦੇ ਵਿੱਚ ਆ ਕੇ ਨਾਲੇ ਦਾ ਮਤਾ ਪਾ ਲੈਣ, ਭਾਵੇਂ ਕੱਲ੍ਹ ਨੂੰ ਮੇਰੇ ਵੱਲੋਂ ਕੰਮ ਸ਼ੁਰੂ ਕਰ ਲਓ, ਮੇਰੇ ਵੱਲੋਂ ਕੋਈ ਇਹੋ ਜਿਹੀ ਦਿੱਕਤ ਨਹੀਂ। ਇਹਨਾਂ ਨੇ ਚਲੋ 4 ਦਿਨ ਲਾਏ, ਫਿਰ ਜਾਂ ਮੈਂ ਇਹਨਾਂ ਨੂੰ ਕਿਹਾ ਵੀ ਛੱਪੜ ਆਪਾਂ ਪੱਟ ਲਈਏ। 4 ਦਿਨਾਂ ਬਾਅਦ ਮੈਨੂੰ ਜਵਾਬ ਇਹਨਾਂ ਦਾ ਆਉਂਦਾ ਵੀ ਆਪਾਂ ਛੱਪੜ ਵੀ ਨਹੀਂ ਪੱਟਣਾ ਤੇ ਆਪਾਂ ਪੈਪ ਵੀ ਪਾਉਣੇ ਆ। ਮੈਂ ਕਿਹਾ ਇਦਾਂ ਕਿੱਦਾਂ ਹੋ ਜੂਗੀ? ਜੇਕਰ ਪੈਪ ਆਪਾਂ ਜਿਹੜੇ ਪਾਏ ਨਹੀਂ ਸਕਦੇ, ਸੁਪਰੀਮ ਕੋਰਟ ਦਾ ਆਰਡਰ ਆ, ਆਪਾਂ ਆਪਣੀ ਪੰਚਾਇਤ ਨੂੰ ਕੋਈ ਜੁਰਮਾਨਾ ਕਰਾਉਣਾ ਦੱਸੋ? ਜਾਂ ਤਾਂ ਆਪਾਂ ਨਾਲਾ ਦੂਜਾ ਬਣਾ ਲਈਏ ਜਾਂ ਇਹ ਕਰ ਲਈਏ। ਇੱਕ ਮੈਂ ਇੱਥੇ ਗੱਲ ਹੋਰ ਕਰਨੀ ਚਾਹੁੰਦਾ, ਮੇਰੇ ਖਿਲਾਫ ਜਿਹੜਾ 17 ਜਨਵਰੀ ਤੋਂ 17 ਫਰਵਰੀ ਤੱਕ ਪ੍ਰਬੰਧਕ ਲੱਗਾ ਸੀ, ਉਸ ਟਾਈਮ ਇਹਨਾਂ ਦੇ ਕੋਲ ਪਾਵਰ ਸੀ, ਜਦ ਕਿ ਇਹ ਮਤਾ ਜਿਹੜਾ ਪਹਿਲੀ ਤਰੀਕ ਦਾ ਜਿਹੜਾ ਪਿਆ ਹੋਇਆ, ਇਹ 11ਵੇਂ ਮਹੀਨੇ ਦਾ ਜਿਹੜਾ ਦੂਸਰੇ ਮਹੀਨੇ ਦਾ ਮਤਾ ਪਿਆ ਹੋਇਆ, ਜਦੋਂ ਇਹਨਾਂ ਦੇ ਕੋਲ ਪਾਵਰ ਸੀਗੀ, ਇਹ ਮਤਾ ਦੇ ਕੇ ਫਿਰ ਪਾਈਪਲਾਈਨ ਪਵਾ ਲੈਂਦੇ। ਇਹਦੇ ਵਿੱਚ ਮੇਰੇ ਕੋਲ ਤਾਂ ਉਸ ਟਾਈਮ ਪਾਵਰ ਨਹੀਂ ਸੀ, ਉਸ ਟਾਈਮ ਪ੍ਰਬੰਧਕ ਲੱਗਾ ਹੋਇਆ ਸੀ, ਮੈਂਬਰ ਆਪ ਮਤਾ ਪਾ ਸਕਦੇ ਸੀਗੇ। ਇਹਨਾਂ ਨੇ ਵੀ ਵੀਡੀਓ ਦਫ਼ਤਰ ਜਿਹੜਾ ਮਤਾ ਦਿੱਤਾ, ਪਰ ਉਸ ਟਾਈਮ ਵੀ ਐਸਡੀਓ ਸਾਹਿਬ ਨੇ ਇਹਨਾਂ ਨੂੰ ਇਹ ਕਹਿ ਦਿੱਤਾ ਵੀ ਇਹ ਜਿਹੜਾ ਮਤਾ ਨਹੀਂ ਪਾਸ ਹੋ ਸਕਦਾ। ਜੇਕਰ ਤੁਸੀਂ ਨਾਲੇ ਦੀ ਰਿਪੇਅਰ ਕਰਾਉਣੀ ਚਾਹੁੰਦੇ ਆ ਉਹ ਹੋ ਸਕਦੇ, ਪਰ ਪਾਈਪਲਾਈਨ ਨਹੀਂ ਪੈ ਸਕਦੀ ਹੈ। ਦੂਜੀ ਗੱਲ, ਜਿਹੜੇ ਸਫੈਦੇ ਆ, ਹਾਂਜੀ, ਉਹ ਦੋਸ਼ ਲੱਗਦਾ ਕਿ ਤੁਸੀਂ ਸਫੈਦੇ ਜਿਹੜੇ ਆ ਉੱਥੋਂ ਬਗੈਰ ਕਿਸੇ ਮਨਜ਼ੂਰੀ ਤੋਂ ਪਟਾਏ ਆ। ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਕਿਉਂਕਿ ਕੁਦਰਤ ਬੜੀ ਮਹਾਨ ਆ। ਪਿਛਲੇ ਮਹੀਨੇ ਦੀ ਜਿਹੜੀ 27-28 ਤਰੀਕ ਨੂੰ ਇੰਨਾ ਕਿੱਥੇ ਤੂਫਾਨ ਆਇਆ ਝਿੰਗੜਾਂ ਦੇ ਵਿੱਚ, ਲੋਕਾਂ ਦੀਆਂ ਛੱਡਾਂ ਤੱਕ ਉੱਡ ਗਈਆਂ, ਲੋਕਾਂ ਦੇ ਜਿਹੜੇ ਵੱਡੇ ਤੋਂ ਵੱਡੇ ਸਪੈਦੇ, ਤੂਤ ਕੀ ਤੁਣ ਕੀ, ਉਹ ਵੀ ਲੋਕਾਂ ਦੇ ਘਰਾਂ ਦੇ ਉੱਤੇ ਡਿੱਗ ਪਏ ਸੀ। ਹਸਪੀਟਲ ਦੇ ਵਿੱਚ ਜਿਹੜੇ ਸਪੈਦੇ ਲੱਗੇ ਹੋਏ ਸੀ, ਆ ਮੈਂ ਤੁਹਾਨੂੰ ਫੋਟੋ ਵੀ ਸ਼ੋਅ ਕਰਦਾ, ਕੈਮਰਾਮੈਨ ਨੂੰ ਕਹਿੰਦਾ ਕਿ ਇੱਧਰ ਵੀ ਥੋੜਾ ਜ਼ੂਮ ਕਰਕੇ ਇਹਨਾਂ ਨੂੰ ਦਿਖਾਣ। ਜਿਹੜਾ ਹਸਪੀਟਲ ਦੇ ਵਿੱਚ ਸਪੈਦੇ ਸੀ, ਕੁਦਰਤੀ ਆਫਤ ਆਉਣ ਦੇ ਨਾਲ ਜਿਹੜੇ ਸਪੈਦੇ ਆ ਉਹ ਟੁੱਟ ਕੇ ਰੋਡ ਦੇ ਉੱਤੇ ਡਿੱਗ ਪਏ ਸੀ। ਰੋਡ ਜਿਹੜਾ ਪੂਰੀ ਤਰ੍ਹਾਂ ਬਲੌਕ ਹੋ ਗਿਆ ਸੀ। ਪਹਿਲੀ ਤਾਂ ਗੱਲ ਇਹ ਆ, ਜਿਹੜਾ ਇਹ ਸਾਰਾ ਕਰਤਾ ਧਰਤਾ ਟਰਸਟ ਦੇ ਕੋਲ ਆ, ਟਰਸਟ ਨੇ ਹੀ ਉੱਥੇ ਸਪੈਦੇ ਲਾਏ ਆ, ਜਿਹੜੇ ਉਹਨੇ ਪਾਲੇ ਆ, ਤੇ ਇਹਦੇ ਵਿੱਚ ਪੰਚਾਇਤ ਦਾ ਜਾਂ ਮੇਰਾ ਤਾਂ ਕੋਈ ਦੂਸਰਾ ਲਿੰਕ ਹੈ ਨਹੀਂਗਾ। ਟਰਸਟ ਨੇ ਜਿਹੜੇ ਸਪੈਦੇ ਡਿੱਗੇ ਹੋਏ ਸੀ, ਬਲੌਕ ਰਸਤਾ ਹੋਇਆ ਸੀ, ਉਹੀ ਉਹਨਾਂ ਨੇ ਪਟਾ ਕੇ ਜਿਹੜੇ ਸਪੈਦੇ ਆ ਉਹ ਸਾਈਡ ਤੇ ਰੱਖ ਤੇ ਵੇਚਿਆ ਕੋਈ ਨਹੀਂ ਹੈ। ਇਸ ਟਾਈਮ ਤੁਸੀਂ ਹੁਣ ਵੀ ਜਾ ਕੇ ਉੱਥੇ ਭਾਵੇਂ ਵੀਡੀਓ ਬਣਾ ਕੇ ਦੇਖ ਲਓ, ਕੱਲਾ ਸਪੈਦਾ ਜਿਹੜਾ ਆ ਉੱਥੇ ਵੱਢ ਕੇ ਰੱਖਿਆ ਹੋਇਆ, ਨਾ ਕਿ ਕੋਈ ਵੇਚਿਆ ਹੋਇਆ ਜਾਂ ਕੋਈ ਦੂਜਾ ਕੀਤਾ। ਇਹ ਸਪੈਦੇ ਉਹੀ ਨੇ ਜਿਹੜੇ ਕੁਦਰਤੀ ਆਫਤ ਨਾਲ ਆਉਣ ਨਾਲ ਡਿੱਗੇ ਨੇ, ਕਿਉਂਕਿ ਹਸਪੀਟਲ ਦਾ ਕੰਮ ਹੁੰਦਾ, ਐਂਬੂਲੈਂਸ ਨੇ ਵੀ ਆਉਣਾ, ਮਰੀਜ਼ਾਂ ਨੇ ਵੀ ਆਉਣਾ। ਜੇਕਰ ਦੇਖੋ ਇਹੋ ਜਿਹੇ ਸਪੈਦੇ ਰੋਡ ਦੇ ਵਿੱਚ ਹੀ ਡਿੱਗੇ ਰਹਿਣਗੇ, ਬਲੌਕ ਹੋਇਆ ਰਹੂਗਾ ਰੋਡ, ਤਾਂ ਪੇਸ਼ੈਂਟ ਕਿੱਦਾਂ ਆਉਣਗੇ, ਐਂਬੂਲੈਂਸ ਕਿੱਦਾਂ ਕੱਢੀ ਜਾਊਗੀ? ਉਹੀ ਜਿਹੜੇ ਕੁਦਰਤੀ ਆਫਤ ਨਾਲ ਸਪੈਦੇ ਸੀਗੇ ਉਹੀ ਪੱਟ ਕੇ ਜਿਹੜੇ ਆ ਉਹ ਸਾਈਡ ਤੇ ਕਰ ਦਿੱਤੇ ਗਏ। ਬਸ ਉਹਦਾ ਇਹਨਾਂ ਨੇ ਇਸ਼ੂ ਬਣਾਇਆ। ਸਪੈਦੇ ਵੇਚੇ ਨਹੀਂ ਹੈਗੇ, ਸਾਡਾ ਕੋਰਮ ਪੂਰਾ ਨਹੀਂ ਹੋਣ ਕਰਕੇ ਸਪੈਦਿਆਂ ਦੇ ਅਸੀਂ ਬੋਲੀ ਨਹੀਂ ਲਾਈ। ਜਦੋਂ ਸਾਡਾ ਕੋਈ ਮਤਾ ਪਊਗਾ ਉਸ ਟਾਈਮ ਅਸੀਂ ਜਦੋਂ ਮਰਜ਼ੀ ਵੇਚ ਦਈਏ ਉਹਨਾਂ ਨੂੰ। ਇੱਕ ਤੁਹਾਡੀ ਨਗਰ ਦੇ ਸੱਜਣ ਨੇ ਜਿਨ੍ਹਾਂ ਨੇ ਕਿਹਾ ਕਿ ਸਰਪੰਚ ਨੇ ਮੇਰੀ ਬੇਟੀ ਦਾ ਵਿਆਹ ਸੀਗਾ, ਉਹ ਸ਼ਗਨ ਸਕੀਮ ਵਾਲੇ ਕੁਝ ਸੀਗੇ ਕਾਗਜ਼, ਉਹਨਾਂ ਤੇ ਮੋਹਰ ਨਹੀਂ ਲਾਈ। ਪਹਿਲਾਂ ਤਾਂ ਮੈਨੂੰ ਹੈਰਾਨੀ ਹੁੰਦੀ ਆ ਮੈਨੂੰ ਜਦੋਂ ਇਹ ਗੱਲਾਂ ਇਹੋ ਜਿਹੀਆਂ ਪਤਾ ਲੱਗਦੀਆਂ, ਕਿਉਂਕਿ ਪਿੰਡ ਵਾਸੀ ਜਾਂ ਨੌਜਵਾਨ ਜਿਹੜੇ ਮੁੰਡੇ ਆ ਪਿੰਡ ਦੇ, ਉਹ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ। ਜੇਕਰ ਇੱਕ ਵੀ ਬੰਦਾ ਕਹਿ ਦੇਵੇ ਵੀ ਮੈਂ ਉਹਨਾਂ ਨੂੰ ਕੋਈ ਵੀ ਜਵਾਬ ਦਿੱਤਾ ਹੋਵੇ, ਇਹ ਗੱਲ ਉਦੋਂ ਦੀ ਆ ਜਦੋਂ
ਜਦੋਂ ਮੈਂ ਸਰਪੰਚ ਬਣਿਆ ਸੀਗਾ 1 ਜਨਵਰੀ ਨੂੰ ਹੀ ਸਰਪੰਚ ਬਣਿਆ, ਨਵੇਂ ਸਾਲ ਤੇ ਜਿਹੜੀ ਇਲੈਕਸ਼ਨ ਹੋਈ ਸੀਗੀ, ਉਸ ਤੋਂ ਕੁਝ ਦਿਨ ਬਾਅਦ ਹੀ ਇਹ ਬੰਦਾ ਆ ਗਿਆ ਸੀਗਾ ਜੀ। ਮੇਰੀ ਕੋਈ ਇਹਨਾਂ ਜਾਤੀ ਦੁਸ਼ਮਣੀ ਨਹੀਂ ਹੈਗੀ, ਮੈਂ ਹਰ ਇੱਕ ਤੇ ਜਿਹੜਾ ਹੱਸ ਕੇ ਮੋਹਰ ਲਾਉਣਾ, ਕੋਈ ਪਿੰਡ ਵਾਸੀ ਕਹਿ ਦੇਵੇ ਮੈਂ ਕਿਸੇ ਨੂੰ ਜਵਾਬ ਦਿੱਤਾ ਹੋਵੇ। ਜਨਵਰੀ ਦੇ ਵਿੱਚ ਜਦੋਂ ਮੇਰੇ ਸਰਪੰਚ ਬਣਨ ਤੇ ਕੁਝ ਦਿਨਾਂ ਬਾਅਦ ਹੀ ਇਹ ਆ ਗਿਆ ਸੀਗਾ ਵੀ ਮੇਰੇ ਜਿਹੜੇ ਕਾਰਡ ਦੇ ਉੱਤੇ ਮੋਹਰ ਲਾਉਣੀ ਆ। ਜੇਕਰ ਮੈਂ ਇਹਨੂੰ ਜਵਾਬ ਦਿੱਤਾ ਹੋਵੇ ਫੇਕ ਹੋਵੇ, ਮੈਂ ਇਹਨੂੰ ਕਿਹਾ ਵੀ ਮੈਂ ਭਰਾ ਮੈਂ ਜਿਹੜੀ ਆਪਣੀ ਮੋਹਰ ਆ ਉਹ ਬਣਨੀ ਦਿੱਤੀ ਹੋਈ ਆ, ਥੋੜੇ ਦਿਨਾਂ ਵਿੱਚ ਮੇਰੀ ਮੋਹਰ ਬਣ ਕੇ ਆ ਜਾਣੀ, ਕਿਉਂਕਿ ਹੁਣ ਤਾਂ ਹਲੇ ਇਲੈਕਸ਼ਨ ਹੋ ਕੇ ਹਟੀ ਆ, ਥੋੜੇ ਦਿਨਾਂ ਵਿੱਚ ਮੇਰੀ ਮੋਹਰ ਬਣ ਕੇ ਆ ਜਾਣੀ ਆ, ਮੈਂ ਤੇਰੇ ਮੋਹਰ ਲਾ ਦੂੰਗਾ। ਜੇ ਤਾਂ ਇਸ ਬੰਦੇ ਨੂੰ ਮੈਂ ਜਵਾਬ ਦਿੱਤਾ ਹੋਵੇ ਮੈਂ ਤੇਰੇ ਮੋਹਰ ਨਹੀਂ ਲਾਉਣੀ, ਫਿਰ ਮੈਂ ਮੰਨਦਾ ਵੀ ਮੈਂ ਕਿਹਾ ਮੈਂ ਕੋਈ ਗਲਤ ਆ। ਮੈਂ ਇਹਨੂੰ ਕਿਹਾ ਵੀ ਮੇਰੀ ਮੋਹਰ ਬਣ ਕੇ ਆ ਜਾਣੀ, ਵੀ ਹੁਣ ਤਾਂ ਹਲੇ ਇਲੈਕਸ਼ਨ ਹੋਈ ਆ, ਵੀ ਮੈਂ ਤੇਰੇ ਮੋਹਰ ਲਾ ਦੂੰਗਾ, ਮੇਰੀ ਮੋਹਰ ਬਣ ਕੇ ਆ ਲੈਂਦੇ। ਇਹ ਗੱਲ ਹੋਈ ਆ ਜੀ। ਬਾਕੀ ਸਾਰੇ ਪਿੰਡ ਵਾਸੀ ਮੇਰੇ ਬਾਰੇ ਵੀ ਜਾਣਦੇ ਆ, ਮੇਰੇ ਫਾਦਰ ਸਾਹਿਬ ਬਾਰੇ ਵੀ ਜਾਣਦੇ ਆ। ਅੱਜ ਤੱਕ ਕਿਸੇ ਨੂੰ ਮੋਹਰ ਲਾਉਣ ਤੋਂ ਜਾਂ ਕਿਤੇ ਇਨਕਾਰੀ ਹੋਈ ਹੋਵੇ ਤਾਂ ਮੈਂ ਦੋਸ਼ੀ ਬਣਦਾ। ਹੁਣ ਵੀ ਜਿੰਨੇ ਵੀ ਮੇਰੇ ਤੋਂ ਫਾਰਮ ਆਏ ਹੁੰਦੇ ਆ, ਮੈਂ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਦਾ ਕੰਮ ਕਰਦਾ, ਸਭ ਤੋਂ ਪਹਿਲਾਂ ਉਹਨਾਂ ਨੂੰ ਮੋਹਰ ਲਾ ਕੇ ਦਿੰਦਾ, ਤਾਂ ਕਿ ਜਿਹੜਾ ਪਿੰਡ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ, ਕੋਈ ਇਹ ਨਾ ਕਵੇ ਵੀ ਯਾਰ ਸਰਪੰਚ ਬਣਾਇਆ ਸੀ ਸਾਡੀ ਕੋਈ ਬਾਤ ਨਹੀਂ ਪੁੱਛਦਾ। ਵੱਧ ਚੜ ਕੇ ਹਰੇਕ ਜਗ੍ਹਾ ਹਿੱਸਾ ਲੈਣਾ, ਜਿੱਥੇ ਮੈਨੂੰ ਬੁਲਾਉਂਦੇ ਆ ਉੱਥੇ ਵੀ ਜਾਣਾ, ਲੋਕਾਂ ਦੀ ਮਦਦ ਲਈ ਵੀ ਜਾਣਾ ਆ, ਤੇ ਹਰ ਪਾਸੇ ਮੈਂ ਜਿਹੜਾ ਹੈ ਵੱਧ ਚੜ ਕੇ ਆਪਣਾ ਯੋਗਦਾਨ ਪਾਵਾਂ ਜੀ। ਬਹੁਤ ਬਹੁਤ ਧੰਨਵਾਦ ਨੌਜਵਾਨ ਸਰਪੰਚ ਜਗਵਿੰਦਰ ਦਾ, ਜਿਨ੍ਹਾਂ ਨੇ ਦੱਸਿਆ ਕਿ ਮੋਹਰ ਉਸ ਵੇਲੇ ਮੇਰੇ ਕੋਲ ਨਹੀਂ ਸੀਗੀ ਔਰ ਉਹ ਸੱਜਣ ਆ ਗਏ, ਇਸ ਕਰਕੇ ਥੋੜੀ ਦਿੱਕਤ ਆਈ ਹੈ। ਤੁਸੀਂ ਮੇਰੇ ਨਾਲ ਦੇਖਦੇ ਰਹੋ NKN TV, ਕੈਮਰਾਮੈਨ ਅਰਮਾਨ ਔੜਾਪੜ ਦੇ ਨਾਲ।